ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਆਸਾ ਹੱਥ ਕਿਤਾਬ ਕਛ, ਕੂਜਾ ਬਾਂਗ ਮੁਸੱਲਾ ਧਾਰੀ। ਬੈਠਾ ਜਾਏ ਮਸੀਤ ਵਿੱਚ, ਜਿਥੈ ਹਾਜੀ ਹਜ ਗੁਜ਼ਾਰੀ। ਜਾਂ ਬਾਬਾ ਸੁੱਤਾ ਰਾਤ ਨੂੰ, ਵੱਲ ਮਹਿਰਾਬੇ ਪਾਏ ਪਸਾਰੀ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਲੱਤਾਂ ਵੱਲ ਖੁਦਾਏ ਦੇ, ਕਿਉਂ ਕਰ ਪਿਆ ਹੋਏ ਬਜੇਗਾਰੀ। ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦੇ ਖਾਰੀ। ਹੋਏ ਹੈਰਾਨ ਕਰੇਨ ਜੁਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਦਿਆਲੂ, ਨਿਮਾਣਿਆਂ ਦੇ ਮਾਰ, ਨਿਤਾਣਿਆਂ ਦੇ ਤਾਨ, ਗਰੀਬ ਨਵਾਜ ਸਾਹਿਬ ਹਜ਼ੂਰ ਦਾ ਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਰਹਿਮਤ ਦੇ ਸਦਕਾ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਜੋ ਲੜੀਵਾਰ ਪਾਵਨ ਕਥਾ ਪ੍ਰਾਰੰਭ ਕੀਤੀ ਹੈ, ਸੋ ਗੁਰੂ ਰਹਿਮਤ ਦੇ ਸਦਕਾ ਆਓ ਪਹਿਲੀ ਵਾਰ ਦੀਆਂ ਅਗਲੀਆਂ ਪੌੜੀਆਂ ਦੀ ਪ੍ਰਾਰੰਭਤਾ ਕਰੀਏ। 31 ਪੌੜੀਆਂ ਹੁਣ ਤੱਕ ਆਪਾਂ ਸਰਵਨ ਕੀਤੀਆਂ ਨੇ। ਅੱਜ ਦੀ ਇਸ ਪਾਵਨ 32ਵੀਂ ਪੌੜੀ ਦੇ ਅੰਦਰ ਜੋ ਸਿਧਾਂਤ, ਜੋ ਗੁਰੂ ਬਾਬੇ ਦੇ ਜੀਵਨ ਨੂੰ ਪੇਸ਼ ਕਰਦੇ ਨੇ, ਪ੍ਰਾਰੰਭਤਾ ਕਰਦੇ ਅਰਦਾਸ ਕਰੋ ਮਾਲਕ ਜੀ ਆਪ ਕੁਝ ਕਹਿਣ ਸੁਣਨ ਦੀ ਸਮਰੱਥਾ ਰੰਗ ਢੰਗ ਬਖਸ਼ਿਓ। ਜਿਤਨੇ ਆਪ ਜੀ ਸਰਵਨ ਕਰ ਰਹੇ ਹੋ, ਆਓ ਪਿਆਰ ਸਹਿਤ ਉਚਾਰਨ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਸੋ ਗਰੀਬ ਨਵਾਜ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਲੋਕਾਈ ਦਾ ਭਲਾ ਕਰਨ ਹਿੱਤ ਤੁਰੇ ਨੇ, ਤਾਂ ਪਿਛਲੀਆਂ ਪੌੜੀਆਂ 'ਚ ਆਪਾਂ ਸਰਵਨ ਕੀਤਾ ਹੈ ਕਿ ਕਦੀ ਗੁਰੂ ਨਾਨਕ ਪਾਤਸ਼ਾਹ ਤੀਰਥਾਂ 'ਤੇ ਜਾਂਦੇ ਨੇ, ਤੀਰਥ ਪੁਰਬ ਸਭੇ ਮਿਲ ਦੇਖੇ। ਸਾਰੇ ਤੀਰਥ, ਉਹਨਾਂ ਦੇ ਪੁਰਬ ਮੇਲੇ ਆਦਿਕ ਜਿਹੜੇ ਸਨ ਉਹ ਸਾਰੇ ਦੇਖੇ ਨੇ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਜਾਏ ਚੜ੍ਹਿਆ ਸੁਮੇਰ, ਪਰ ਸਿੱਧ ਮੰਡਲੀ ਦ੍ਰਿਸ਼ਟੀ ਆਹੀ। ਸਿੱਧਾਂ ਦੀ ਮੰਡਲੀ ਦੇ ਕੋਲ ਸੁਮੇਰੂ ਪਰਬਤ 'ਤੇ ਗਏ ਨੇ। ਸਿੱਧਾਂ ਨੇ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਉੱਤਰ ਜਿਹੜੇ ਗੁਰੂ ਨਾਨਕ ਪਾਤਸ਼ਾਹ ਨਾਲ ਕੀਤੇ ਨੇ। ਇੱਥੋਂ ਤੱਕ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹੀਰੇ ਜਵਾਹਰਾਤ ਦਿਖਾ ਕਰਕੇ ਭਰਮਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਦੇ ਆਸਰੇ, ਅਕਾਲ ਪੁਰਖ ਦੇ ਆਸਰੇ, ਜਿਸ ਸ਼ਬਦ ਨੂੰ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਿੱਧ ਮੰਡਲੀ ਦੇ ਉੱਤੇ ਵਿਜੈ ਪ੍ਰਾਪਤ ਕੀਤੀ, ਜਿੱਤ ਪ੍ਰਾਪਤ ਕੀਤੀ। ਸੋ ਇਸੇ ਤਰ੍ਹਾਂ ਅੱਜ ਦੀ ਇਸ ਪੌੜੀ ਅੰਦਰ ਭਾਈ ਸਾਹਿਬ ਜ਼ਿਕਰ ਕਰਦੇ ਨੇ, ਧੰਨ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਚੱਲੇ ਨੇ ਤੇ ਦਾਤਾਰ ਪਾਤਸ਼ਾਹ ਜੀ ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਮੱਕੇ ਵੱਲ ਨੂੰ ਤੁਰੇ ਨੇ ਤੇ ਚੱਲਣ ਤੋਂ ਪਹਿਲਾਂ ਹਜ਼ੂਰ ਪਾਤਸ਼ਾਹ ਨੇ ਨੀਲ ਬਸਤਰ, ਜੋ ਮੱਕੇ ਦੇ ਹਾਜੀਆਂ ਦਾ ਜੋ ਪਹਿਰਾਵਾ ਸੀ, ਉਹ ਪਹਿਰਾਵਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਾਰਨ ਕਰ ਲਿਆ। ਕਿਉਂਕਿ ਉਹਨਾਂ ਲੋਕਾਂ ਦੇ ਵਿੱਚ ਜਾਣਾ, ਜੇ ਆਮ ਜੋ ਸਾਧੂਆਂ ਵਾਲਾ ਭੇਖ ਧਾਰਨ ਕੀਤਾ ਉਹ ਕੀਤਾ ਹੁੰਦਾ ਤੇ ਉਹਨਾਂ ਨੇ ਆਪਣੇ ਹੱਜ ਦੇ ਯਾਤਰੀ ਜਿਹੜੇ ਸੀ, ਉਹ ਜਥਾ ਜਿਹੜਾ ਸੀ
ਉਹਦੇ ਵਿੱਚ ਸ਼ਾਮਿਲ ਵੀ ਨਹੀਂ ਹੋਣ ਦੇਣਾ ਸੀ। ਤੇ ਜੇ ਸ਼ਾਮਿਲ ਹੀ ਨਾ ਹੁੰਦੇ, ਮੱਕੇ ਪਹੁੰਚ ਕੇ ਆਪਣੀ ਗੱਲ, ਆਪਣਾ ਪੱਖ ਕਿਵੇਂ ਰੱਖਦੇ। ਸੋ ਇਸ ਲਈ ਗੁਰੂ ਬਾਬਾ ਜੀ ਨੇ ਨੀਲੇ ਵਸਤਰ ਜਿਹੜੇ ਸਨ, ਉਹਨਾਂ ਦਾ ਜੋ ਉਹਨਾਂ ਦਾ ਪਹਿਰਾਵਾ ਸੀ, ਉਹ ਧਾਰਨ ਕਰ ਲਿਆ ਹੈ। ਬਨਵਾਰੀ ਸਤਿਗੁਰਾਂ ਨੇ ਇਹ ਰੂਪ ਧਾਰਨ ਕਰ ਲਿਆ। ਆਸਾ ਹੱਥ ਕਿਤਾਬ ਕਛ, ਕੂਜਾ ਬਾਂਗ ਮੁਸੱਲਾ ਧਾਰੀ। ਸੋ ਗਰੀਬ ਨਵਾਜ ਸਾਹਿਬ ਨੇ ਫਿਰ ਆਸਾ ਹੱਥ, ਆਪਣੇ ਹੱਥ ਦੇ ਆਸਾ ਜਿਹੜਾ ਸੀ, ਡੰਡਾ ਜਿਹੜਾ ਆਪਣੇ ਹੱਥ ਦੇ ਵਿੱਚ ਰੱਖਿਆ ਹੈ। ਫਿਰ ਕਿਤਾਬ ਕੱਛ, ਜਿਸ ਤਰ੍ਹਾਂ ਉਹ ਲੋਕ ਆਪਣੀ ਕੱਛ ਦੇ ਵਿੱਚ ਕੁਰਾਨ ਰੱਖਦੇ ਨੇ, ਗੁਰੂ ਨਾਨਕ ਗੁਰੂ ਬਾਬਾ ਜੀ ਨੇ ਜੋ ਬਾਣੀ ਉਚਾਰਨ ਕਰਦੇ ਨੇ, ਉਸ ਬਾਣੀ ਨੂੰ ਲਿਖਦੇ ਨੇ। ਨਾਲ ਨਾਲ ਉਹ ਬਾਣੀ ਲਿਖਤੀ ਰੂਪ ਵਿੱਚ ਸਤਿਗੁਰਾਂ ਦੇ ਕੋਲ ਹੈ। ਉਹ ਬਾਣੀ ਨੂੰ ਸਤਿਗੁਰਾਂ ਨੇ ਆਪਣੇ ਅਦਬੋ ਸਤਿਕਾਰ ਦੇ ਸਹਿਤ ਕੱਛ ਦੇ ਵਿੱਚ ਪਕੜ ਕੇ ਰੱਖਿਆ ਹੈ। ਨਾਲ ਫਿਰ ਕੂਜਾ ਬਾਂਗ ਮੁਸੱਲਾ ਧਾਰੀ, ਉਹ ਮੁਸੱਲਾ ਤੇ ਫਿਰ ਕੂਜਾ ਜਿਹੜਾ ਲੋਟਾ ਹੁੰਦਾ ਹੈ, ਜੋ ਹਾਜੀ ਲੋਕ ਮੁਸਲਮਾਨ ਆਪਣੇ ਹੱਥ 'ਚ ਫਕੀਰ ਲੋਕ ਰੱਖਦੇ ਨੇ, ਉਹ ਲੋਟਾ ਪਕੜਿਆ ਹੈ। ਤੇ ਉਹ ਮੁਸੱਲਾ ਜਿਸ ਨੂੰ ਜ਼ਮੀਨ ਤੇ ਵਿਛਾ ਕੇ ਨਮਾਜ਼ ਅਦਾ ਕਰਦੇ ਨੇ, ਬਾਂਗ ਦਿੰਦੇ ਨੇ, ਜਿਸ ਤੇ ਬਹਿ ਕਰਕੇ ਹਾਜੀ ਲੋਕ ਜਾਂ ਕੋਈ ਵੀ ਅੱਜ ਨਮਾਜ਼ੀ ਜਦੋਂ ਦੇਖਦੇ ਆ, ਉਹ ਜਦੋਂ ਜ਼ਮੀਨ ਤੇ ਬਹਿ ਕੇ ਨਮਾਜ਼ ਪੜ੍ਹਦਾ, ਉਹ ਆਪਣੇ ਥੱਲੇ ਇੱਕ ਕੱਪੜਾ ਵਿਛਾਉਂਦਾ ਹੈ। ਅੱਜ ਜਿਵੇਂ ਅਸੀਂ ਕਹਿ ਦਈਏ ਗਲੀਚਾ ਹੁੰਦਾ, ਉਹਦੇ ਵਰਗਾ ਛੋਟਾ ਜਿਹਾ ਇੱਕ ਗਲੀਚਾ ਵਿਛਾਉਂਦਾ, ਖਾਸ ਤਰ੍ਹਾਂ ਦਾ ਕੱਪੜਾ। ਸੋ ਮੁਸੱਲਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਮੁਸੱਲਾ ਜਿਹੜਾ ਉਹ ਵੀ ਆਪਣੇ ਨਾਲ ਲੈ ਲਿਆ। ਆਸਣ ਵੀ ਆਪਣੇ ਕੋਲ ਹੈ। ਬੈਠਾ ਜਾਏ ਮਸੀਤ ਵਿੱਚ, ਜਿੱਥੈ ਹਾਜੀ ਹੱਜ ਗੁਜ਼ਾਰੀ। ਗੁਰੂ ਨਾਨਕ ਪਾਤਸ਼ਾਹ ਉਸ ਮਸੀਤ ਵਿੱਚ ਜਾ ਪਹੁੰਚੇ ਨੇ, ਜਿੱਥੇ ਸਾਰੇ ਹਾਜੀ ਜਿਹੜੇ ਨੇ ਉਹ ਬਹਿ ਕਰਕੇ ਹੱਜ ਗੁਜ਼ਾਰਦੇ ਨੇ। ਕਿਉਂਕਿ ਪਹਿਲਾਂ ਮਸੀਤ ਵਿੱਚ ਬਹਿ ਕੇ ਹੱਜ ਕਰਦੇ ਨੇ, ਫਿਰ ਉਹ ਮੱਕਾ ਜਿਹੜਾ ਹੈ, ਜੋ ਉਹ ਕਾਲੇ ਰੰਗ ਦੀ ਇਮਾਰਤ ਜਿਹੜੀ ਹੈ, ਉਹਨੂੰ ਜਾ ਕਰਕੇ ਚੁੰਮਦੇ ਨੇ, ਉਹਦੀਆਂ ਪਰਿਕਰਮਾ ਕਰਦੇ ਨੇ। ਸੋ ਇਸ ਤਰ੍ਹਾਂ ਪਹਿਲਾਂ ਇੱਕ ਆਮ ਥਾਂ ਦੇ ਉੱਤੇ ਜਾ ਕਰਕੇ, ਮਸੀਤ ਦੇ ਵਿੱਚ ਜਾ ਕਰਕੇ ਉਹਨਾਂ ਨੇ ਹੱਜ ਕੀਤਾ ਹੈ। ਉਸ ਤੋਂ ਬਾਅਦ ਫਿਰ ਉੱਥੇ ਵੀ ਹੱਜ ਕਰਦੇ ਨੇ, ਉਹਨੂੰ ਵੀ ਸਿਜਦਾ ਕਰਦੇ ਨੇ। ਪਰ ਗੁਰੂ ਨਾਨਕ ਪਾਤਸ਼ਾਹ ਇਹਨਾਂ ਦੇ ਨਾਲ ਗਏ ਨੇ, ਬੈਠਾ ਜਾਏ ਮਸੀਤ ਵਿੱਚ, ਬਹਿ ਗਏ ਨੇ, ਪਰ ਇਹ ਨਹੀਂ ਕਿਹਾ ਵੀ ਉਹਨਾਂ ਦੇ ਨਾਲ ਹੱਜ ਕੀਤਾ, ਉਹਨਾਂ ਦੇ ਨਾਲ ਨਮਾਜ਼ ਅਦਾ ਕੀਤੀ। ਕਿਉਂਕਿ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਵੀ ਇਹ ਹੋਕਾ ਦਿੰਦੇ ਨੇ ਕਿ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਤਾਂ ਉਸ ਵਕਤ ਵੀ ਕਾਜੀ ਕਹਿੰਦੇ ਸੀ, ਜੇ ਇਸ ਤਰ੍ਹਾਂ ਦੀ ਗੱਲ ਹੈ ਤੇ ਆ ਸਾਡੇ ਨਾਲ ਨਮਾਜ਼ ਪੜ੍ਹ। ਤੇ ਗੁਰੂ ਨਾਨਕ ਪਾਤਸ਼ਾਹ ਜੀ ਮਸੀਤ ਵਿੱਚ ਗਏ, ਪਰ ਨਮਾਜ਼ ਨਹੀਂ ਪੜ੍ਹੀ। ਜਦੋਂ ਪੁੱਛਦੇ ਨੇ ਕਿਉਂ ਨਹੀਂ ਸਾਡੇ ਨਾਲ ਝੁਕੇ, ਸਾਹਿਬ ਕਹਿੰਦੇ ਝੁਕਦੇ ਕਿਹਦੇ ਨਾਲ? ਕੋਈ ਤੇ ਤੁਹਾਡੇ 'ਚੋਂ ਵਛੇਰੀਆਂ ਖਰੀਦਦਾ ਫਿਰਦਾ, ਤੇ ਕੋਈ ਤੁਹਾਡੇ ਵਿੱਚੋਂ ਇਹ ਫਿਕਰ ਪਿਆ ਵੀ ਘਰੇ ਖੂਹ ਹੈ, ਬਾਹਰ ਗੇਟ ਦੇ ਨਾਲ, ਦਰਵਾਜ਼ੇ ਨਾਲ, ਉੱਧਰੋਂ ਘੋੜੀ ਸੂਈ ਹੈ, ਕਿਤੇ ਵਛੇਰੀ ਖੂਹ ਦੇ ਵਿੱਚ ਹੀ ਨਾ ਡਿੱਗ ਪੈ, ਨਮਾਜ਼ ਕਿਹਦੇ ਨਾਲ ਪੜ੍ਹਦਾ। ਸੋ ਇਸੇ ਤਰ੍ਹਾਂ ਸਾਹਿਬ ਉਹਨਾਂ ਹਾਜੀਆਂ ਨਾਲ ਗਏ, ਉੱਥੇ ਬਹਿ ਗਏ ਨੇ ਜਿੱਥੇ ਸਾਰੇ ਹਾਜੀ ਜਿਹੜੇ ਨੇ ਹੱਜ ਗੁਜ਼ਾਰਦੇ, ਨਮਾਜ਼ ਪੜ੍ਹਦੇ ਪਏ ਹਨ। ਦਿਨ ਬਤੀਤ ਹੋਇਆ, ਸਾਰੇ ਯਾਤਰੂ ਜਿਹੜੇ ਸਨ ਉਹ ਵੀ ਆਰਾਮ ਕਰਨ ਲੱਗੇ, ਗੁਰੂ ਨਾਨਕ ਪਾਤਸ਼ਾਹ ਵੀ ਆਰਾਮ ਕਰਨ ਲੱਗੇ। ਪਰ ਸਤਿਗੁਰਾਂ ਦੇ ਸਰੀਰਕ ਤੌਰ 'ਤੇ ਆਰਾਮ ਕਰਨ ਦਾ ਤਰੀਕਾ ਜਿਹੜਾ ਉਹ ਵੱਖਰਾ ਸੀ। ਕੀ ਕੀਤਾ? ਜਾਂ ਬਾਬਾ ਸੁੱਤਾ ਰਾਤ ਨੂੰ, ਵੱਲ ਮਹਿਰਾਬੇ ਪਾਏ ਪਸਾਰੀ। ਉਹ ਮਹਿਰਾਬੇ, ਉਹ ਮੱਕੇ ਵੱਲ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਾਏ, ਆਪਣੇ ਮੁਬਾਰਕ ਚਰਨ ਜਿਹੜੇ ਉਹ ਪਸਾਰ ਦਿੱਤੇ। ਭਾਵ ਕਿ ਚਰਨ ਜਿਹੜੇ ਸੀ ਮੱਕੇ ਵੱਲ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਆਰਾਮ ਕਰਨ ਲੱਗੇ। ਹੁਣ ਉੱਥੇ ਰਾਤ ਨੂੰ ਪਹਿਰੇ ਦੇਣ ਵਾਲੇ ਪਹਿਰੇਦਾਰਾਂ ਨੇ ਵੇਖਿਆ, ਉਹਨਾਂ ਨੂੰ ਪ੍ਰਤੀਤ ਹੋਇਆ ਇਹ ਹਿੰਦ ਦੇ, ਭਾਵ ਹਿੰਦੁਸਤਾਨ ਤੋਂ ਆਏ, ਕਿਉਂਕਿ ਮੱਕੇ ਦੀ ਯਾਤਰਾ 'ਤੇ ਅੱਜ ਵੀ ਪੂਰੀ ਦੁਨੀਆ ਦੇ ਵਿੱਚੋਂ ਮੁਸਲਮਾਨ ਜਿਹੜੇ ਉਹ ਪਹੁੰਚਦੇ ਨੇ। ਹੁਣ ਜਿਹੜਾ ਜਿਸ ਮੁਲਕ 'ਚੋਂ ਆਇਆ ਉਹਦੀ ਵੱਖਰੀ ਭਾਸ਼ਾ ਹੈ। ਪਤਾ ਲੱਗ ਗਿਆ ਕਿ ਇਹ ਹਿੰਦ ਤੋਂ ਆਇਆ ਹੈ, ਹਿੰਦੁਸਤਾਨ ਤੋਂ ਆਇਆ ਹੈ, ਇਸ ਕਰਕੇ ਦੀ ਭਾਸ਼ਾ ਜਿਹੜੀ ਹੈ ਉਹ ਭਾਰਤ ਦੀ ਭਾਸ਼ਾ, ਹਿੰਦੁਸਤਾਨ ਦੀ ਭਾਸ਼ਾ ਹੈ। ਸੋ ਇਸ ਕਰਕੇ ਉਹਨਾਂ ਨੇ ਇੱਕ ਉਸ ਬੰਦੇ ਨੂੰ ਹੀ ਬੁਲਾਇਆ ਜਿਹੜਾ ਇਸ ਮੁਲਕ ਦੀ ਭਾਸ਼ਾ ਜਾਣਦਾ ਹੈ, ਕਿਉਂਕਿ ਉਹਦਾ ਨਾਮ ਵੀ ਭਾਈ ਸਾਹਿਬ ਨੇ ਦੱਸਿਆ, ਤੇ ਉਹਦਾ ਨਾਮ ਜਿਹੜਾ ਉਹ ਕਿਸੇ ਅਰਬ ਮੁਲਕ ਵਾਲਾ ਨਾਮ ਨਹੀਂ ਹੈ, ਉਹ ਕਿਸੇ ਹੋਰ ਇਸਲਾਮਿਕ ਦੇਸ਼ ਵਾਲਾ ਨਾਮ ਨਹੀਂ, ਉਹ ਹਿੰਦੁਸਤਾਨ ਦੇ ਲੋਕਾਂ ਦੇ ਜਿਹੜੇ ਨਾਮ ਹੁੰਦੇ ਉਹ ਨਾਮ ਹੈ। ਪੁਰਾਣੇ ਸਮੇਂ 'ਚ ਅੱਜ ਵੀ ਬਹੁਤ ਲੋਕ ਕਈ ਦਫਾ ਤੀਰਥਾਂ 'ਤੇ ਜਾਂਦੇ ਨੇ, ਫਿਰ ਉੱਥੇ ਹੀ ਰਹਿ ਪੈਂਦੇ ਨੇ ਵੀ ਅਸੀਂ ਅਗਲਾ ਜੀਵਨ ਜਿਹੜਾ ਉੱਥੇ ਬਸਰ ਕਰਨਾ। ਹਿੰਦੂ ਤੀਰਥਾਂ 'ਤੇ ਰਹਿ ਜਾਂਦੇ ਨੇ, ਮੁਸਲਮਾਨ ਕਈ ਦਫਾ ਐਸੇ ਆਪਣੇ ਜਿਹੜੇ ਇਸਲਾਮਿਕ ਜਗ੍ਹਾ ਅਸਥਾਨ ਨੇ ਉੱਥੇ ਟਿਕ ਜਾਂਦੇ ਨੇ,
ਤੇ ਸਿੱਖ ਵੀ ਗੁਰਧਾਮਾਂ ਤੇ ਗੁਰੂ ਅਸਥਾਨਾਂ ਤੇ ਰਹਿ ਪੈਂਦੇ ਨੇ ਕਿ ਅਸੀਂ ਹੁਣ ਸਾਰੀ ਜ਼ਿੰਦਗੀ ਗੁਰੂ ਘਰ ਵਿੱਚ ਸੇਵਾ ਕਰਨੀ। ਸੋ ਇਸੇ ਤਰ੍ਹਾਂ ਸ਼ਾਇਦ ਇਹ ਵੀ ਕਿਤੇ ਮੱਕੇ ਦੀ ਯਾਤਰਾ ਗਿਆ ਹੈ ਤੇ ਖੁਦਾ ਨਾਲ ਪ੍ਰੇਮ ਹੋਏਗਾ, ਅੰਦਰ ਦੀ ਪ੍ਰੇਮਾ ਭਗਤੀ ਹੋਏਗੀ ਕਿ ਰਹਿ ਗਈ ਜ਼ਿੰਦਗੀ ਜਿਹੜੀ ਖੁਦਾ ਦੇ ਘਰ ਵਿੱਚ ਬਤੀਤ ਕਰ ਦੇਣੀ ਹੈ। ਸੋ ਇਹ ਜਿਹੜਾ ਹਾਜੀ ਸੀਗਾ, ਕਾਜੀ ਜਿਹੜਾ ਸੀਗਾ, ਇਹਨੂੰ ਬੁਲਾਇਆ ਗਿਆ। ਇਹ ਆਉਂਦਾ ਹੈ ਤੇ ਆਉਂਦੇ ਸਾਰ ਜਦੋਂ ਇਹਨੂੰ ਦੱਸਦੇ ਨੇ, ਆ ਦੇਖੋ ਜੀ ਇਹ ਖੁਦਾ ਦੇ ਘਰ ਵੱਲ ਨੂੰ ਪੈਰ ਲੱਤਾਂ ਕਰਕੇ ਪਿਆ ਹੈ ਤੇ ਜੀਵਨ ਕਾਜੀ ਕੁਛ ਪੁੱਛਦਾ ਨਹੀਂ, ਕੁਝ ਸਵਾਲ ਨਹੀਂ ਕਰਦਾ, ਜ਼ੋਰ ਦੇ ਨਾਲ ਸਤਿਗੁਰਾਂ ਦੇ ਨਾਲ ਇੱਕ ਮਾੜੀ ਘਟਨਾ ਜਿਹੜੀ ਉਹ ਕਰਦਾ। ਉਹ ਕੀ ਹੈ? ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਉਹਨੇ ਜ਼ੋਰ ਦੀ ਇੱਕ ਲੱਤ ਮਾਰੀ ਹੈ, ਦੀ ਇੱਕ ਪ੍ਰਕਿਰਿਆ ਹੈ, ਜ਼ੋਰ ਨਾਲ ਦੀ ਇੱਕ ਲੱਤ ਮਾਰੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਲੱਤਾਂ ਦੇ ਉੱਤੇ, ਪੈਰਾਂ ਦੇ ਉੱਤੇ, ਚਰਨਾਂ ਦੇ ਉੱਤੇ। ਕਿਉਂਕਿ ਜਿਹੜਾ ਜਿਵੇਂ ਕੋਈ ਸਾਡੇ ਵੱਲ ਹੱਥ ਕਰੇ ਆਪਾਂ ਉਹਦੇ ਹੱਥ 'ਤੇ ਮਾਰਦੇ ਹਾਂ, ਇਸ ਤਰ੍ਹਾਂ ਜਿਵੇਂ ਕੋਈ ਕਿਸੇ ਪਾਸੇ ਨੂੰ ਪੈਰ ਕਰਕੇ ਜਾਂ ਕੋਈ ਵੈਸੇ ਲੱਤ ਕਰ ਲਵੇ, ਆਪਾਂ ਉਹਦੀ ਲੱਤ ਨੂੰ ਮਾਰ ਕੇ ਪਰਾਂ ਨੂੰ ਕਰਦੇ, ਭਾਈ ਇਹਨੂੰ ਪਰਾਂ ਨੂੰ ਕਰ। ਆਪਾਂ ਕਦੀ ਇਹ ਨਹੀਂ ਕਿਸੇ ਨੇ ਸਾਡੇ ਵੱਲ ਨੂੰ ਪੈਰ ਕੀਤਾ ਹੋਵੇ ਅਸੀਂ ਉਹਦੇ ਸਿਰ ਨੂੰ ਮਾਰ ਕੇ ਕਹੀਏ। ਸੋ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਸਨ ਮੱਕੇ ਵੱਲ ਨੂੰ, ਉਹਨੇ ਗੁਰੂ ਨਾਨਕ ਦੇ ਚਰਨਾਂ 'ਤੇ ਜ਼ੋਰ ਨਾਲ ਲੱਤ ਮਾਰੀ। ਤੇ ਜਦੋਂ ਜ਼ੋਰ ਦੇ ਨਾਲ ਲੱਤ ਮਾਰੀ ਤੇ ਨਾਲ ਸ਼ਬਦ ਕਹਿੰਦਾ, ਇਹ ਕਿਹੜਾ ਹੈ? ਕੁਫਾਰੀ, ਨਾ ਸ਼ੁਕਰਾ ਤੇ ਕੁਫਰ, ਜਿਹੜਾ ਪਰਮਾਤਮਾ ਦੀ, ਖੁਦਾ ਦੀ, ਵਾਹਿਗੁਰੂ ਦੀ ਇੱਕ ਹੋਂਦ ਨੂੰ ਨਾ ਮੰਨਣ ਵਾਲਾ ਹੋਵੇ, ਉਹ ਨਾ ਸ਼ੁਕਰਾ ਤੇ ਉਹ ਜਿਹੜਾ ਨਮੁਨਕਰ ਹੋ ਜਾਵੇ ਪਰਮਾਤਮਾ ਦੀ ਏਕਤਾ ਨੂੰ ਮੰਨਣ ਤੋਂ, ਕੁਫਰ ਹੈ। ਸੋ ਇਹ ਕਿਹੜਾ ਐਸਾ ਕੁਫਰ ਕੁਫਾਰੀ ਜਿਹੜਾ ਹੈ ਇਹ ਸੁੱਤਾ ਹੈ। ਇਸ ਤਰ੍ਹਾਂ ਜ਼ੋਰ ਨਾਲ ਸ਼ਬਦ ਕਹੇ ਤੇ ਨਾਲ ਸ਼ਬਦ ਕਹਿਣ ਲੱਗਾ, ਲੱਤਾਂ ਵੱਲ ਖੁਦਾਏ ਦੇ, ਕਿਉਂ ਕਰ ਪਿਆ ਹੋਏ ਬਜਗਾਰੀ। ਤੂੰ ਖੁਦਾ ਦੇ ਘਰ ਵੱਲ ਨੂੰ ਲੱਤਾਂ ਕਰਕੇ ਇਸ ਤਰ੍ਹਾਂ ਬਜਗਾਰੀ ਹੋ ਕਰਕੇ ਕਿਉਂ ਪਿਆ ਹੋਇਆ ਹੈ? ਭਾਵ ਤੂੰ ਇਸ ਤਰ੍ਹਾਂ ਖੁਦਾ ਦੇ ਘਰ ਵੱਲ ਨੂੰ ਲੱਤਾਂ ਕਰਕੇ, ਇਹ ਤੇਰਾ ਜਿਹੜਾ ਸੌਣ ਦਾ ਤਰੀਕਾ ਹੈ, ਇਹ ਤੇਰਾ ਜਿਹੜਾ ਪੈਣ ਦਾ ਤਰੀਕਾ ਹੈ, ਇਹ ਬਿਲਕੁਲ ਜਿਹੜਾ ਇਹ ਪਾਪੀਆਂ ਦੀ ਤਰ੍ਹਾਂ, ਬਜ਼ਗਾਰੀ ਪਾਪੀ ਨੂੰ ਕਹਿੰਦੇ ਕਿ ਤੂੰ ਪਾਪੀਆਂ ਦੀ ਤਰ੍ਹਾਂ ਇਹ ਪਾਪ ਕਰ ਰਿਹਾ ਹੈ, ਬਜ਼ਗਾਰੀ ਹੋ ਕਰਕੇ, ਪਾਪੀ ਹੋ ਕਰਕੇ ਤੂੰ ਇਸ ਮਹਾਨ ਪਾਪ ਨੂੰ ਕਰ ਰਿਹਾ। ਇਹ ਕੌਣ ਹੈ ਜਿਹੜਾ ਇੰਜ ਪਿਆ ਹੈ? ਗੁੱਸੇ ਵਿੱਚ ਆਇਆ ਹੈ। ਜਦੋਂ ਲੱਤ ਮਾਰੀ, ਗੁਰੂ ਨਾਨਕ ਪਾਤਸ਼ਾਹ ਜੀ ਦੀ ਅੱਖ ਖੁੱਲੀ, ਦੇਖਦੇ ਨੇ ਐ ਲੋਹਾ ਲਾਖਾ ਹੋਇਆ। ਉਹ ਗੁਰੂ ਨਾਨਕ ਪਾਤਸ਼ਾਹ ਬੜੇ ਪਿਆਰ ਦੇ ਨਾਲ ਪੁੱਛਦੇ, ਕੀ ਹੋਇਆ? ਕਹਿੰਦਾ, ਖੁਦਾ ਦੇ ਘਰ ਵੱਲ ਨੂੰ ਤੁਸੀਂ ਪੈਰ ਕੀਤੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਬੜੇ ਪਿਆਰ ਦੇ ਨਾਲ ਕਹਿੰਦੇ, ਥੱਕੇ ਹੋਏ ਆ, ਸਫ਼ਰ ਤੋਂ ਆਏ ਆ, ਇੱਕਦਮ ਨੀਂਦ ਆ ਗਈ, ਪਤਾ ਨਹੀਂ ਚੱਲਿਆ। ਹੁਣ ਇੰਨੀ ਹਿੰਮਤ ਨਹੀਂ ਸਰੀਰ ਦੇ ਵਿੱਚ ਕਿ ਲੱਤਾਂ ਉਠਾ ਕੇ ਇੱਧਰ ਨੂੰ ਕਰ ਲਈਏ, ਉੱਠਿਆ ਨਹੀਂ। ਤੂੰ ਜਿੱਥੇ ਲੱਤ ਮਾਰੀ ਹੈ ਉੱਥੇ ਥੋੜ੍ਹਾ ਜਿਹਾ ਹੱਥਾਂ ਨਾਲ ਫੜ ਕੇ ਸਾਡੇ ਪੈਰ ਦੂਜੇ ਪਾਸੇ ਕਰ ਦੇ, ਜਿੱਧਰ ਖੁਦਾ ਦਾ ਘਰ ਨਹੀਂ ਹੈ। ਹੁਣ ਉਹ ਭੋਲਾ, ਉਹਨੂੰ ਪਤਾ ਨਹੀਂ ਗੁਰੂ ਨਾਨਕ ਦੇ ਇਹਨਾਂ ਬਚਨਾਂ, ਇਹਨਾਂ ਸ਼ਬਦਾਂ ਅੰਦਰ ਕੀ ਸਤਿਗੁਰਾਂ ਦੀ ਡੂੰਘਾਈ ਤੇ ਕੀ ਕੌਤਕ ਕਰਨਾ ਹੈ। ਉਹ ਬੜੇ ਗੁੱਸੇ ਦੇ ਵਿੱਚ ਸਤਿਗੁਰਾਂ, ਜਿਵੇਂ ਆਪਾਂ ਗੁੱਸੇ 'ਚ ਕਿਸੇ ਦੇ ਪੈਰ ਫੜ ਕੇ ਪਰਾਂ ਨੂੰ ਸੁੱਟਣ ਲੱਗੀਏ, ਗੁਰੂ ਨਾਨਕ ਪਾਤਸ਼ਾਹ ਦੇ ਚਰਨ ਚੁੱਕ ਕੇ ਇੱਕ ਤੋਂ ਦੂਜੇ ਪਾਸੇ ਘੁਮਾਉਂਦਾ। ਉਹਦਾ ਫੇਸ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਵੱਲ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਦੇ ਪੈਰਾਂ ਵਾਲੇ ਪਾਸੇ ਖੜੋਗੇ ਤਾਂ ਤੁਹਾਡਾ ਮੂੰਹ, ਚਿਹਰਾ ਆਪਣੇ ਆਪ ਉਹਦੇ ਮੂੰਹ ਵੱਲ ਹੋ ਜਾਏਗਾ। ਸੋ ਉਹਦਾ ਚਿਹਰਾ ਗੁਰੂ ਨਾਨਕ ਪਾਤਸ਼ਾਹ ਵੱਲ ਹੈ। ਜਦੋਂ ਚਰਨ ਘੁਮਾ ਦਿੰਦਾ, ਸਭ ਬੜੇ ਮਜ਼ਾਕ ਜੇ ਦੇ ਵਿੱਚ ਪਿਆਰ ਦੇ ਨਾਲ ਪੁੱਛਦੇ ਨੇ, ਹੁਣ ਜਿੱਧਰ ਨੂੰ ਤੂੰ ਮੇਰੇ ਪੈਰ ਕਰ ਦਿੱਤੇ ਨੇ, ਇੱਧਰ ਤੇ ਖੁਦਾ ਦਾ ਘਰ ਨਹੀਂ ਹੈ ਨਾ? ਕਹਿੰਦਾ, ਜੀ ਨਹੀਂ ਸਾਹਿਬ। ਕਹਿੰਦੇ, ਇੱਕ ਵਾਰ ਕਨਫਰਮ ਕਰ ਲਾ, ਪੱਕਾ ਕਰ ਲਾ, ਪਿੱਛੇ ਦੇਖ ਲੈ, ਇੱਧਰ ਖੁਦਾ ਦਾ ਘਰ ਤੇ ਨਹੀਂ ਕਿਤੇ। ਜਦੋਂ ਪਿਛਾਂਹ ਦੇਖਦਾ, ਮੱਕਾ ਉਸੇ ਪਾਸੇ ਹੈ। ਫਿਰ ਹੈਰਾਨ ਜਿਹਾ ਹੋ ਕੇ ਫਿਰ ਚਰਨ ਘੁਮਾ ਕੇ ਕਾਫੀ ਘੁਮਾਉਂਦਾ, ਦੂਸਰੇ ਪਾਸੇ ਕਰ ਦਿੰਦਾ। ਸਾਹਿਬ ਕਹਿੰਦੇ, ਹੁਣ ਪੱਕਾ ਯਕੀਨ ਹੈ ਇੱਧਰ ਤੇ ਖੁਦਾ ਦਾ ਘਰ ਨਹੀਂ ਹੈ ਨਾ? ਅਸੀਂ ਸੌਂ ਜਾਈਏ ਆਰਾਮ ਦੇ ਨਾਲ, ਇੱਕ ਵਾਰ ਪਿਛਾਂਹ ਵੇਖ ਕੇ ਪੱਕਾ ਕਰ ਲਾ। ਜਦੋਂ ਪਿਛਾਂਹ ਦੇਖਦਾ, ਫਿਰ ਦੇਖਦਾ ਕਿ ਮੱਕਾ ਤੇ ਫਿਰ ਇੱਧਰ ਹੈ। ਆਖਰ ਗੁਰੂ ਨਾਨਕ ਦੀ ਜ਼ਾਹਰੀ ਕਲਾ ਦੀ ਸਮਝ ਆ ਗਈ। ਹੁਣ ਕਈ ਸਾਡੇ ਵਾਲੇ ਕਹਿ ਦਿੰਦੇ, ਨਹੀਂ ਜੀ ਇਹ ਤੇ ਦਿਮਾਗ ਘੁਮਾ ਦਿੱਤੇ ਸੀ ਉਹਨਾਂ ਲੋਕਾਂ ਦੇ, ਜਾਂ ਇੰਜ ਸਮਝ ਲੈਂਦੇ ਨੇ, ਇਹ ਤਾਂ ਨਹੀਂ ਜੀ ਉਹਨਾਂ ਲੋਕਾਂ ਦੇ ਮਨ ਘੁਮਾਏ ਸੀ, ਜਾਂ ਉਹਨਾਂ ਲੋਕਾਂ ਦੇ ਵਿਚਾਰ ਘੁਮਾ ਦਿੱਤੇ ਸੀ, ਉਹਨਾਂ ਦੀ ਅਗਿਆਨਤਾ ਖਤਮ ਕਰਕੇ ਗਿਆਨ ਦੇ ਦਿੱਤਾ ਉਹਨਾਂ ਨੂੰ, ਹੋਰ ਕੋਈ ਮੱਕਾ ਨਹੀਂ ਘੁੰਮਿਆ। ਪਰ ਭਾਈ ਗੁਰਦਾਸ ਜੀ ਇੱਥੇ ਕਹਿੰਦੇ, ਫਿਰਿਆ ਮੱਕਾ। ਸੋ ਇਸ ਤਰ੍ਹਾਂ ਜਦੋਂ ਉਹਨੇ ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦੇਖਾਰੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਚਰਨ ਉਧਰ ਨੂੰ ਕਰਦੇ। ਗੁੱਸੇ ਨਾਲ ਗੁਰੂ ਨਾਨਕ ਦੇ ਚਰਨ ਪਕੜ ਕੇ ਘਸੀਟਦਾ ਹੈ,
ਪਰ ਜਦੋਂ ਪਿਛਾਂ ਪਰਤ ਕੇ ਦੇਖਦਾ, ਫਿਰਿਆ ਮੱਕਾ ਕਲਾ ਦੇ ਖਾਰੀ, ਮੱਕਾ ਜਿਹੜਾ ਉਹ ਫਿਰ ਗਿਆ। ਤੇ ਧੰਨ ਹਜ਼ੂਰ ਦਾ ਤਾਰ ਗੁਰੂ ਨਾਨਕ ਗੁਰੂ ਬਾਬੇ ਨੇ ਆਪਣੀ ਜ਼ਾਹਰੀ ਕਲਾ, ਮੁਬਾਰਕ ਕਲਾ ਜਿਹੜੀ ਸੀ ਉਹ ਪ੍ਰਤੱਖ ਰੂਪ ਦੇ ਅੰਦਰ ਦਿਖਾ ਦਿੱਤੀ ਹੈ। ਹੋਏ ਹੈਰਾਨ ਕਰੇਨ ਜੁਹਾਰੀ, ਸਾਰੇ ਕਾਜੀ ਮੁੱਲਾ ਇਕੱਠੇ ਹੋ ਗਏ, ਜਿੰਨੇ ਹਾਜੀ ਸਨ ਹੱਜ ਕਰਨ ਵਾਲੇ ਸਾਰੇ ਇਕੱਠੇ ਹੋ ਕੇ ਹੈਰਾਨ ਹੋ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜੁਹਾਰੀ ਨਮਸਕਾਰਾਂ ਕਰਨ ਲੱਗੇ ਕਿ ਇਹ ਕੋਈ ਆਮ ਫਕੀਰ ਨਹੀਂ, ਇਹ ਬੜਾ ਕਾਮਲ ਫਕੀਰ ਹੈ, ਇਹ ਖੁਦਾਏ ਰੂਪ ਜਾਪਦਾ ਹੈ। ਸੋ ਇਸ ਤਰ੍ਹਾਂ ਸਾਰੇ ਗੁਰੂ ਨਾਨਕ ਦੇ ਮੁਰੀਦ ਹੋ ਗਏ। ਹੁਣ ਜਦੋਂ ਮੁਰੀਦ ਹੋਏ ਤੇ ਪਿਆਰ ਨਾਲ ਖੁਦਾ ਦੇ ਘਰ ਦੀ ਬਾਤ ਪੁੱਛਦੇ ਨੇ, ਕਿਉਂਕਿ ਦੇਖੋ ਜਿੱਥੇ ਅਰਥਾਂ ਦੀ ਗੱਲ ਕਰਾਂ ਤਾਂ ਸ਼ਾਇਦ ਉਹ ਪੱਕੇ ਇਸਲਾਮਕ ਲੋਕ ਨੇ, ਪੱਕੇ ਕੱਟੜ ਮੁਸਲਮਾਨ ਨੇ, ਫਿਰ ਵੀ ਜਦੋਂ ਉਹਨਾਂ ਨੂੰ ਪਤਾ ਲੱਗਾ ਹੈ ਕਿ ਇਹ ਜਿਹੜਾ ਪੁਰਖ ਹੈ, ਇਹ ਜਿਹੜਾ ਫਕੀਰ ਹੈ, ਇਹ ਬਹੁਤ ਪਹੁੰਚਿਆ ਕਾਮਲ ਫਕੀਰ ਹੈ, ਹਾਲਾਂਕਿ ਉਹਨਾਂ ਨੂੰ ਇਹ ਵੀ ਕਨਫਰਮ ਸੀ ਕਿ ਇਹ ਪੱਕਾ ਮੁਸਲਮਾਨ ਨਹੀਂ ਹੈ, ਇਹ ਹਾਜੀਆਂ ਦੇ ਵਿੱਚ ਰਲਿਆ ਹੋਇਆ, ਕਿਉਂਕਿ ਪਤਾ ਲੱਗ ਜਾਂਦਾ ਹੈ। ਇਹ ਵੀ ਪਤਾ ਲੱਗ ਗਿਆ ਸੀ ਹਿੰਦੁਸਤਾਨ ਤੋਂ ਆਇਆ, ਪਰ ਜਦੋਂ ਵੇਖਿਆ ਕਾਮਲ ਹੈ ਤੇ ਖੁਦਾ ਦੇ ਘਰ ਦੀ ਬਾਤ ਪੁੱਛਦੇ ਨੇ, ਕਿਉਂਕਿ ਸਾਹਿਬ ਬਾਣੀ ਅੰਦਰ ਬਚਨ ਕਹਿੰਦੇ ਨੇ, ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪਹਿ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਹਿਤਾਈ। ਮੇਰਾ ਪਿਆਰਾ ਪ੍ਰੀਤਮ ਕੋਈ ਮਿਲਾਵੇ, ਉਹ ਕੌਣ ਹੈ, ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਦਾ ਨਹੀਂ, ਕੀ ਪਾਉਂਦਾ ਹੈ, ਕੀ ਨਹੀਂ ਪਾਉਂਦਾ, ਬਸ ਸੱਚਾਈ ਇਹ ਹੈ, ਉਹ ਪਹੁੰਚਿਆ ਹੋਇਆ ਹੋਣਾ ਚਾਹੀਦਾ। ਖੁਦਾ ਪਰਮੇਸ਼ਰ ਦੇ ਘਰ ਦੀ ਸਮਝ ਸਾਰ ਜਿਹੜੀ ਉਹ ਰੱਖਦਾ ਹੋਵੇ, ਤਾਂ ਸਾਹਿਬ ਬਾਣੀ ਅੰਦਰ ਬਚਨ ਕਹਿੰਦੇ ਕੋਈ ਜਨ ਹਰ ਸਿਉ ਦੇਵੈ ਜੋਰ। ਉੱਥੇ ਸ਼ਬਦ ਕਿਹਾ ਕੋਈ ਜਨ, ਇਹ ਨਹੀਂ ਕਿਹਾ ਕਿ ਉੱਥੇ ਫਲਾਣੀ ਸੰਪਰਦਾ ਵਾਲਾ, ਫਲਾਣਾ ਸਾਧੂ, ਫਲਾਣਾ ਸੰਤ ਜਾਂ ਫਲਾਣਾ ਹੀ ਧਰਮ ਨੂੰ ਮੰਨਣ ਵਾਲਾ ਜਿਹੜਾ ਉਹੀ ਮੈਨੂੰ ਪਰਮਾਤਮਾ ਨਾਲ ਜੋੜੇ। ਕੋਈ ਜਨ, ਕੋਈ ਰੱਬ ਦਾ ਪਿਆਰਾ ਜਿਹੜਾ ਉਹ ਮੈਨੂੰ ਪਿਆਰੇ ਦੇ ਘਰ ਦੀ ਕੋਈ ਬਾਤ ਸੁਣਾ ਦੇ, ਕੋਈ ਉਹਦਾ ਸੁਨੇਹਾ ਸੁਣਾ ਦੇਵੇ। ਸੋ ਇਸ ਤਰ੍ਹਾਂ ਉਹ ਸਾਰੇ ਇਕੱਠੇ ਹੋ ਕੇ ਗੁਰੂ ਨਾਨਕ ਨੂੰ ਪੁੱਛਣ ਲੱਗੇ ਨੇ ਖੁਦਾ ਦੇ ਘਰ ਦੀਆਂ ਬਾਤਾਂ। ਤੇ ਕੀ ਪੁੱਛਦੇ ਹਨ? ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ। ਇਕੱਠੇ ਹੋ ਕੇ ਸਾਰੇ ਕਾਜੀ ਮੁੱਲਾ ਮੁਲਾਨੇ ਜਿਹੜੇ ਨੇ ਈਮਾਨ ਦੀ ਗੱਲ ਪੁੱਛਦੇ ਨੇ, ਮਜ਼ਹਬ ਦੀ ਗੱਲ ਪੁੱਛਦੇ ਨੇ, ਤੇ ਨਾਲ ਕਹਿੰਦੇ ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਕਿ ਈਸ਼ਵਰ ਨੇ, ਖੁਦਾ ਨੇ, ਪਰਮੇਸ਼ਰ ਨੇ ਆ ਬਹੁਤ ਵੱਡਾ ਸਵਾਂਗ ਜਿਹੜਾ ਹੈ, ਆ ਖੇਡ, ਆ ਪਸਾਰਾ, ਆ ਕੌਤਕ ਸ੍ਰਿਸ਼ਟੀ ਦਾ ਰਚਿਆ। ਇਸ ਕੁਦਰਤ ਨੂੰ, ਇਹ ਉਹਦੀ ਮਾਇਆ ਜਿਹੜੀ ਪਸਾਰੀ ਹੈ ਉਹਨੇ, ਇਹਦਾ ਕੋਈ ਆਰਲਾ ਪਾਰਲਾ ਕਿਨਾਰਾ ਨਹੀਂ ਦਿਸਦਾ, ਇਹਨੂੰ ਜਾਣਿਆ ਨਹੀਂ ਜਾ ਸਕਦਾ। ਇਹ ਮਾਇਆ ਜਿਹੜੀ ਸਮਝ ਨਹੀਂ ਆਉਂਦੀ ਪਈ ਇਹ ਉਹਦੀ ਕੀ ਖੇਡ ਹੈ। ਸੋ ਆਪ ਕਾਮਲ ਫਕੀਰ ਹੋ, ਤਰਸ ਕਰੋ, ਕਿਰਪਾ ਕਰੋ, ਸਾਨੂੰ ਕੋਈ ਉਹਦੇ ਬਾਰੇ ਵਿੱਚ ਸਮਝ ਦਿਓ। ਫਿਰ ਨਾਲ ਜ਼ਿਕਰ ਕਰਦੇ ਨੇ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕਿ ਐ ਬਾਬਾ ਇੱਕ ਤੇ ਇਸ ਮਾਇਆ ਦੇ ਪਸਾਰੇ ਬਾਰੇ ਦੱਸ ਕੁਝ ਖੁਦਾ ਦੇ ਘਰੋਂ, ਵੀ ਇਹ ਕੀ ਉਹਨੇ ਮਾਇਆ ਦਾ ਪਸਾਰਾ, ਪਸਾਰੇ ਦੀ ਕੋਈ ਸਮਝ ਨਹੀਂ ਆਉਂਦੀ। ਆ ਦੂਜਾ ਜਿਹੜੇ ਤੇਰੇ ਕੋਲ ਕਿਤਾਬ ਹੈ, ਪੁੱਛਣ ਫੋਲ, ਕਹਿੰਦੇ ਇਹਨੂੰ ਫਰੋਲ ਕੇ ਦੱਸ, ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ। ਭਾਵ ਹਰ ਕੋਈ ਧਰਮ ਆਪਣਾ ਦਾਅਵਾ ਕਰਦਾ ਸੀ ਉਸ ਵੇਲੇ, ਦੋਨੇ ਹੀ ਜ਼ਿਆਦਾ ਮਹਾਨ ਸਨ। ਹਿੰਦੂ ਧਰਮ ਦੀ ਗਿਣਤੀ ਵੀ ਬਹੁਤ ਸੀ ਤੇ ਇਸਲਾਮ ਦੀ ਗਿਣਤੀ ਵੀ ਬਹੁਤ ਸੀ। ਸੋ ਉਹ ਪੁੱਛਦੇ ਨੇ, ਮਹਾਰਾਜ ਐ ਸਾਧੂ ਫਕੀਰ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਹੈ? ਤਾਂ ਗੁਰੂ ਨਾਨਕ ਪਾਤਸ਼ਾਹ ਬੜੇ ਬੇਖੌਫ ਹੋ ਕੇ, ਹਾਲਾਂਕਿ ਉਹਨਾਂ ਦੀ ਉਸ ਧਰਤੀ ਤੇ ਬੈਠੇ, ਉਹਨਾਂ ਦੇ ਸਭ ਤੋਂ ਵੱਡੇ ਸਥਾਨ ਤੇ ਬੈਠੇ ਨੇ, ਸਾਰੇ ਪਾਸੇ ਮੁਸਲਮਾਨ ਹੀ ਮੁਸਲਮਾਨ ਬੈਠੇ, ਪਰ ਫਿਰ ਵੀ ਨਿਰਭਉ ਨਿਡਰ ਹੋ ਕਰਕੇ ਕਹਿਣ ਲੱਗੇ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਬਾਬਾ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਹਾਜੀਆਂ, ਇਹ ਹੱਜ ਕਰਨ ਆਏ ਹੋਏ ਹਾਜੀ ਲੋਕੋ, ਸੱਚਾਈ ਤੇ ਇਹ ਹੈ ਸ਼ੁਭ ਅਮਲਾਂ ਬਾਝੋਂ, ਜੇ ਚੰਗੇ ਅਮਲ ਜ਼ਿੰਦਗੀ 'ਚ ਨਹੀਂ ਤਾਂ ਦੋਨੋਂ ਰੋਈ। ਇਹ ਨਹੀਂ ਕਿ ਮੁਸਲਮਾਨ ਕਵੇ ਮੈਂ ਮੁਸਲਮਾਨ ਹਾਂ ਤੇ ਮੈਂ ਕੋਈ ਗੱਲ ਨਹੀਂ, ਮੈਂ ਖੁਦਾ ਦੇ ਘਰ ਪ੍ਰਵਾਨ ਹੋ ਜਾਣਾ। ਹਿੰਦੂ ਕਵੇ ਮੇਰਾ ਧਰਮ ਬੜਾ ਉੱਚਾ ਹੈ ਤੇ ਮੈਂ ਕੱਲ੍ਹ ਨੂੰ ਪਰਮਾਤਮਾ ਦੇ ਘਰ ਪ੍ਰਵਾਨ ਹੋ ਜਾਣਾ। ਨਹੀਂ, ਉਸ ਦੇ ਦਰਗਾਹ ਦੇ ਵਿੱਚ ਜੇ ਮੰਦੇ ਅਮਲ ਨੇ ਤੇਰੇ, ਤਾਂ ਬਾਣੀ 'ਚ ਬਚਨ ਆਉਂਦਾ, ਮੰਦੇ ਅਮਲ ਕਰੇਂਦੇ ਆ
ਇਹ ਸਜਾਏ ਤਿੰਨਾ। ਜਿਹੜੇ ਮੰਦੇ ਅਮਲ ਕਰਦੇ ਨੇ ਉਹਨਾਂ ਨੂੰ ਭਿਆਨਕ ਨਰਕਾਂ ਦੀਆਂ ਇਹ ਸਜ਼ਾਵਾਂ ਮਿਲਦੀਆਂ ਨੇ। ਸੋ ਇਸ ਤਰ੍ਹਾਂ ਸਾਹਿਬ ਜੀ ਇੱਥੇ ਉਹਨਾਂ ਨੂੰ ਕਹਿਣ ਲੱਗੇ ਕਿ ਸ਼ੁਭ ਅਮਲਾਂ ਤੋਂ ਬਾਝੋਂ ਦੋਨੋਂ ਜਿਹੜੇ ਹਨ, ਨੇਕ ਕਰਨੀ ਤੋਂ ਬਿਨਾਂ ਦੋਵੇਂ ਜਿਹੜੇ ਹਨ ਉਹ ਰੋਂਦੇ ਜਾਂਦੇ ਹਨ। ਹਿੰਦੂ ਮੁਸਲਮਾਨ ਦੋਏ ਦਰਗਹਿ ਅੰਦਰ ਲਹਿਣ ਨਾ ਢੋਈ। ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਸਭ ਕਹਿੰਦੇ ਇਹ ਦੋਵੇਂ ਹੀ ਉਸ ਪਰਮਾਤਮਾ ਖੁਦਾ ਦੀ ਕਚਹਿਰੀ ਦੇ ਵਿੱਚ ਕੋਈ ਪਨਾਹ ਨਹੀਂ ਲੈਂਦੇ, ਕੋਈ ਢੋਈ ਨਹੀਂ ਲੈਂਦੇ। ਕੇਵਲ ਹਿੰਦੂ ਜਾਂ ਮੁਸਲਮਾਨ ਹੋਣ ਕਰਕੇ ਇਹ ਦਾਅਵਾ ਕਰ ਦੇਣਾ ਕਿ ਮੈਂ ਉਹਦੇ ਘਰ ਪ੍ਰਵਾਨ ਹੋ ਜਾਵਾਂਗਾ, ਨਹੀਂ। ਧਰਮ ਦਾ ਦਾਅਵਾ ਕਰਨ ਦੇ ਨਾਲ, ਕਰਨੀ ਤੋਂ ਬਿਨਾਂ ਤੂੰ ਉਹਦੇ ਘਰ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਸੋ ਫਿਰ ਸਾਹਿਬ ਜੀ ਕਹਿਣ ਲੱਗੇ, ਕੱਚਾ ਰੰਗ ਕਸੁੰਭ ਦਾ ਪਾਣੀ ਧੋਤੇ ਥਿਰ ਨਾ ਹੋਈ। ਕਸੁੰਭੇ ਦਾ ਜਿਹੜਾ ਕੱਚਾ ਰੰਗ ਹੁੰਦਾ ਹੈ ਨਾ, ਉਹਨੂੰ ਜਦੋਂ ਉਸ ਕੱਪੜੇ ਨੂੰ ਪਾਣੀ ਦੇ ਨਾਲ ਧੋਈਏ ਜਿਹਦੇ ਤੇ ਕਸੁੰਭੇ ਦਾ ਰੰਗ ਚੜਿਆ ਹੋਵੇ, ਤਾਂ ਪਾਣੀ ਧੋਤਾ ਥਿਰ ਨਾ ਹੋਈ, ਉਹ ਥਿਰਤਾ ਨਹੀਂ ਲੈਂਦਾ, ਭਾਵ ਟਿਕਦਾ ਨਹੀਂ ਹੈ। ਜਿਵੇਂ ਹੀ ਪਾਣੀ ਦੀ ਬੂੰਦ ਪਈ ਉਹ ਨਾਲ ਦੀ ਨਾਲ ਹੀ ਉਤਰ ਜਾਂਦਾ ਹੈ। ਉਹਨੂੰ ਟਿਕਾ ਕੇ ਰੱਖਣ ਦੀ ਕੋਸ਼ਿਸ਼ ਕਰੋ, ਉਹ ਤਾਂ ਵੀ ਜਿਹੜਾ ਹੈ ਉਤਰ ਜਾਂਦਾ ਹੈ। ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਏ ਖਲੋਈ। ਸਭ ਕਹਿੰਦੇ ਸੱਚਾਈ ਤੇ ਇਹ ਹੈ ਕਿ ਤੁਸੀਂ ਆਪਸ ਦੇ ਵਿੱਚ ਝਗੜਦੇ ਹੋ, ਇੱਕ ਦੂਜੇ ਦੇ ਨਾਲ ਬਖੀਲੀ ਈਰਖਾ ਕਰਦੇ ਹੋ, ਪਰ ਰਾਮ ਤੇ ਰਹੀਮ ਭਾਵ ਕਿ ਉਹਨਾਂ ਦਾ ਭਗਵਾਨ ਤੇ ਤੁਹਾਡਾ ਖੁਦਾ ਇੱਕ ਥਾਂ ਖਲੋਈ, ਇੱਕ ਹੀ ਰੂਪ ਨੇ। ਦੋਨੇ ਹੀ ਪਰਮਾਤਮਾ ਦੇ ਭੇਜੇ ਹੋਏ ਪੈਗੰਬਰ ਤੇ ਅਵਤਾਰ ਹਨ। ਇਸ ਕਰਕੇ ਹਕੀਕਤ ਵਿੱਚ ਦੋਨੋਂ ਇੱਕ ਹੀ ਨੇ। ਬਸ ਤੁਸੀਂ ਆਪਣੀ ਈਰਖਾ ਦੇ ਵਿੱਚ ਪਏ ਹੋਏ, ਆਪਣੇ ਆਪ ਦੇ ਹੰਕਾਰ ਨੂੰ ਜਨਮ ਦਿੰਦੇ ਹੋਏ ਇਹ ਜੰਗ ਜਿਹੜਾ ਸੰਸਾਰ ਤੇ ਮਚਾਇਆ ਹੈ। ਕਿਉਂਕਿ ਗੁਰਮੁਖੋ, ਦੁਨੀਆ ਦੇ ਉੱਤੇ ਬਹੁਤ ਵੱਡੀਆਂ ਵੱਡੀਆਂ ਜੰਗਾਂ ਨੇ, ਆਪਾਂ ਪੜ੍ਹਦੇ ਸੁਣਦੇ ਹਾਂ, ਪਰ ਸੁਭਾਵਿਕ ਮਨ ਦੇ ਵਿੱਚ ਆਉਂਦਾ ਹੈ ਕਿ ਜਿੰਨੀ ਵੱਡੀ ਜੰਗ ਦੁਨੀਆ ਤੇ ਧਰਮ ਦੀ ਜੰਗ ਹੈ, ਇਸ ਤੋਂ ਵੱਡੀ ਕੋਈ ਨਹੀਂ। ਵਰਲਡ ਵਾਰ ਬਹੁਤ ਵੱਡੀ ਜੰਗ ਸੀ ਇਸ ਧਰਤੀ ਦੀ, ਪਰ ਉਹ ਵੀ ਆਖਰ ਹੋਈ, ਸਾਲਾਂ ਤੱਕ, ਮਹੀਨਿਆਂ ਤੱਕ ਚੱਲੀ, ਖਤਮ ਹੋ ਗਈ। ਹੁਣ ਸਿਰਫ ਉਹਦੀਆਂ ਯਾਦਾਂ ਨੇ। ਫਲਾਣੇ ਸੰਨ 'ਚ ਆ ਹੋਈ, ਕਾਰਗਿਲ ਦਾ ਯੁੱਧ ਹੋਇਆ, 1947 ਦੀ ਜੰਗ ਹੋਈ, 71-72 ਦੀ ਜੰਗ ਹੋਈ। ਸੋ ਇਸ ਤਰ੍ਹਾਂ ਇਹ ਮਹੀਨਿਆਂ ਤੱਕ ਚੱਲੀਆਂ, ਖਤਮ ਹੋ ਗਈਆਂ। ਠੀਕ ਹੈ, ਨੁਕਸਾਨ ਹੋਏ ਮੁਲਕਾਂ ਦੇ, ਪਰ ਉਹਨਾਂ ਦੇ ਅੰਦਰ ਸ਼ਾਇਦ ਉਹਨਾਂ ਨੁਕਸਾਨ ਨਹੀਂ ਹੋਇਆ ਜਿੰਨੀ ਇਹ ਧਰਮਾਂ ਦੀ ਜੰਗ ਵਿੱਚ ਹੁੰਦਾ। ਕਿਉਂਕਿ ਉਸ ਜੰਗ ਦੀ ਅੱਜ ਵੀ ਡੇਟ ਹੈ, ਫਲਾਣੀ ਤਰੀਕ ਨੂੰ ਜੰਗ ਸ਼ੁਰੂ ਹੋਈ ਜੀ, ਫਲਾਣੀ ਨੂੰ ਖਤਮ ਹੋ ਗਈ ਸੀ। ਆ ਜਿਹੜੀ ਧਰਮਾਂ ਦੀ ਜੰਗ ਇਸ ਦੁਨੀਆ ਦੇ ਉੱਤੇ ਛਿੜੀ ਹੈ, ਕੋਈ ਬੰਦਾ ਕੋਈ ਡੇਟ ਦੱਸ ਸਕਦਾ ਕਿ ਧਰਮ ਦੀ ਜੰਗ ਜਿਹੜੀ ਫਲਾਣੀ ਤਰੀਕ ਨੂੰ ਇਸ ਧਰਤੀ ਤੇ ਸ਼ੁਰੂ ਹੋਈ ਸੀ ਤੇ ਫਲਾਣੀ ਤਰੀਕ ਤੱਕ ਅੰਦਾਜ਼ਾ ਜੀ ਇੰਨੇ ਸਾਲਾਂ 'ਚ ਮੁੱਕ ਜਾਵੇਗੀ? ਬਿਲਕੁਲ ਨਹੀਂ। ਦੁਨੀਆ ਦੀ ਸਭ ਤੋਂ ਵੱਡੀ ਜੰਗ ਜਿਹੜੀ ਹੈ ਉਹ ਧਰਮਾਂ ਦੀ ਜੰਗ ਹੈ, ਤੇ ਜਿਸ ਜੰਗ ਨੇ ਸਭ ਤੋਂ ਜ਼ਿਆਦਾ ਨੁਕਸਾਨ ਮਨੁੱਖਤਾ ਦਾ ਕੀਤਾ, ਘਾਣ ਕੀਤਾ, ਉਹ ਧਰਮਾਂ ਦੀ ਜੰਗ ਨੇ ਕੀਤਾ। ਸੋ ਇਸ ਲਈ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਤੁਸੀਂ ਆਪਸ ਵਿੱਚ ਈਰਖਾ ਕਰਦੇ ਹੋ, ਪਰ ਰਾਮ ਤੇ ਰਹੀਮ ਤਾਂ ਇੱਕ ਥਾਂ ਦੇ ਉੱਤੇ ਖੜੇ ਹੋਏ ਹਨ। ਰਾਹ ਸ਼ੈਤਾਨੀ ਦੁਨੀਆ ਗੋਈ। ਸੋ ਸ਼ੈਤਾਨੀ ਦੇ ਰਾਹ ਤੇ ਪੈ ਕੇ, ਬਦੀ ਦੇ ਰਾਹ ਤੇ ਪੈ ਕੇ, ਨੇਕੀ ਨੂੰ ਤਿਆਗ ਕੇ ਇਹ ਸਾਰੀ ਦੁਨੀਆ ਜਿਹੜੀ ਇਹ ਭੁੱਲੀ ਫਿਰਦੀ ਹੈ। ਖੁਦਾ ਨੂੰ ਭੁੱਲ ਗਏ ਜੋ ਤੁਸੀਂ। ਹਿੰਦੂ ਜਿਹੜੇ ਨੇ ਉਹ ਪਰਮਾਤਮਾ ਨੂੰ ਭੁੱਲ ਗਏ ਨੇ। ਸੋ ਇੰਝ ਸਾਹਿਬ ਜੀ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸਮਝਾਇਆ, ਉਹਨਾਂ ਨੂੰ ਨਮਾਜ਼ਾਂ ਵੀ ਦੱਸੀਆਂ, ਕਿਹੜੀਆਂ ਨਮਾਜ਼ਾਂ ਅਦਾ ਕਰਨੀਆਂ ਨੇ। ਖੁਦਾ ਕੇਵਲ ਪੱਛਮ ਅੱਲ੍ਹਹ ਮੁਕਾਮਾਂ ਵਾਲੀ ਬਾਤ ਨਹੀਂ, ਖੁਦਾ ਤੇ ਸਾਰੇ ਪਾਸੇ ਹੈ, ਕਣ ਕਣ ਦੇ ਅੰਦਰ ਰਮਿਆ ਹੋਇਆ ਹੈ। ਇੰਨੇ ਕੁ ਪ੍ਰਭਾਵਿਤ ਹੋਏ ਗੁਰੂ ਨਾਨਕ ਪਾਤਸ਼ਾਹ ਤੋਂ ਕਿ ਜਦੋਂ ਸਤਿਗੁਰੂ ਜੀ ਤੁਰਨ ਲੱਗੇ, ਸਾਰਿਆਂ ਨੇ ਹੱਥ ਜੋੜੇ, ਤਰਲਾ ਲੈ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ, ਬਾਬਾ ਕੋਈ ਨਿਸ਼ਾਨੀ ਤੇ ਦੇ ਜਾ, ਸਾਨੂੰ ਪਤਾ ਹੈ ਤੂੰ ਤੇ ਪਰਤ ਕੇ ਸਰੀਰ ਕਰਕੇ ਇੱਥੇ ਨਹੀਂ ਆਉਣਾ, ਪਰ ਅਸੀਂ ਤੇਰੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਤੇਰੀ ਯਾਦ ਨੂੰ ਅੰਦਰ ਸਾਂਭ ਛੱਡਾਂਗੇ। ਕਿਰਪਾ ਕਰ, ਕੋਈ ਆਪਣੀ ਨਿਸ਼ਾਨੀ ਦੇ ਤਾਂ ਕਿ ਅਸੀਂ ਰੋਜ਼ ਉਹਨੂੰ ਛੋਹ ਕੇ ਤੇਰੀ ਛੋਹ ਲੈ ਸਕਿਆ ਕਰੀਏ। ਕਿੰਨੀ ਭਾਵਨਾ ਹੋਏਗੀ ਉਹਨਾਂ ਦੀ। ਹਾਲਾਂਕਿ ਇਸਲਾਮ ਦੇ ਕੱਟੜ ਮੁਸਲਮਾਨ ਨੇ, ਉੱਥੋਂ ਦੇ ਕੱਟੜ ਕਾਜੀ ਨੇ, ਉਹ ਕੋਈ ਆਮ ਮਨੁੱਖ ਵੀ ਨਹੀਂ। ਉੱਥੋਂ ਦੇ ਰਹਿਣ ਵਾਲੇ, ਉੱਥੋਂ ਦੀ ਨਮਾਜ਼ਾਂ ਮੇਨ ਭੂਮਿਕਾ ਨਿਭਾਉਣ ਵਾਲੇ ਮੁੱਖ ਕਾਜੀ ਨੇ, ਜਿਹੜੇ ਗੁਰੂ ਨਾਨਕ ਨੂੰ ਕਹਿੰਦੇ ਆਪਣੀ ਕੋਈ ਨਿਸ਼ਾਨੀ ਦੇ ਜਾ। ਤੇ ਇੱਕ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦਿਆਂ ਹੋਇਆਂ ਵੀ
ਇਹ ਸ਼ਬਦ ਕਹਿੰਦੇ ਨਾ ਜੀ, ਇਹ ਚੀਜ਼ਾਂ ਨੂੰ ਤੇ ਬਸ ਵੇਖੋ ਹੀ ਨਾ, ਇਹਨਾਂ ਨੂੰ ਤੇ ਮੱਥਾ ਨਾ ਟੇਕੋ, ਇਹਨਾਂ ਦਾ ਤਾਂ ਸਤਿਕਾਰ ਹੀ ਨਾ ਕਰੋ, ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੋਵੋ। ਦੇਖੋ ਇਹਦਾ ਕੋਈ ਵਿਰੋਧ ਨਹੀਂ। ਦੇਖੋ ਸਿੱਖ ਨੂੰ ਹੁਕਮ ਹੈ ਕਿ ਗੁਰੂ ਮਾਨਿਓ ਗ੍ਰੰਥ, ਪਰ ਜਿਹੜੀਆਂ ਚੀਜ਼ਾਂ ਨੂੰ ਗੁਰੂ ਨਾਨਕ ਦੀ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ੋਅ ਮਿਲੀ 10 ਪਾਤਸ਼ਾਹੀਆਂ ਦੀ, ਉਹਨਾਂ ਨੂੰ ਛੋਹ ਕੇ, ਉਹਨਾਂ ਨੂੰ ਵੇਖ ਕੇ ਮੈਨੂੰ ਮੇਰਾ ਰੱਬ ਯਾਦ ਆਉਂਦਾ ਹੈ। ਤੇ ਹੁਣ ਕੋਈ ਕਵੇ ਕਿ ਨਾ ਜੀ ਗੁਰੂ ਸਾਹਿਬ ਦਾ ਚੋਲਾ ਹੈ, ਇਸ ਚੋਲੇ ਨੂੰ ਨਮਸਕਾਰ ਨਾ ਕਰੋ, ਇਹ ਤਾਂ ਇੱਕ ਚੋਲਾ ਹੈ। ਨਹੀਂ, ਉਸ ਚੋਲੇ ਦੇ ਵਿੱਚੋਂ ਅੱਜ ਵੀ ਗੁਰੂ ਦੀ ਝਲਕ ਮਿਲਦੀ ਹੈ। ਜੇ ਗੁਰੂ ਕੇ ਸ਼ਸਤਰ ਨੇ, ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਸੀ ਪਟਨਾ ਸਾਹਿਬ ਦੀ ਧਰਤੀ ਤੇ, ਜਦੋਂ ਸੰਗਤਾਂ ਕਹਿੰਦੀਆਂ ਸੀ ਮਹਾਰਾਜ ਤੁਸੀਂ ਜਾ ਰਹੇ, ਅਸੀਂ ਦਰਸ਼ਨ ਕਿਵੇਂ ਕਰਾਂਗੇ, ਤਾਂ ਸਾਹਿਬ ਜੀ ਨੇ ਕਿਹਾ ਸੀ ਇਹਨਾਂ ਸ਼ਸਤਰਾਂ ਦੇ ਜਦੋਂ ਦਰਸ਼ਨ ਕਰੋਗੇ, ਭਾਵਨਾ ਨਾਲ ਨਤਮਸਤਕ ਹੋਵੋਗੇ, ਨਮਸਕਾਰ ਕਰੋਗੇ, ਤੁਹਾਨੂੰ ਸਾਡੇ ਪ੍ਰਤੱਖ ਦਰਸ਼ਨਾਂ ਦਾ ਫਲ ਪ੍ਰਾਪਤ ਹੋਏਗਾ। ਸੋ ਕਿਵੇਂ ਕਹਿ ਦਈਏ ਕਿ ਗੁਰੂ ਕੀਆਂ ਜੋ ਅੱਜ ਨਿਸ਼ਾਨੀਆਂ ਪੰਥ ਦੇ ਕੋਲ ਨੇ, ਦੁਖਾਂਤ ਇਹ ਕਿੰਨਾ ਕੁਛ ਸੀ ਸਾਡੇ ਕੋਲ, ਥੋੜ੍ਹਾ ਰਹਿ ਗਿਆ। ਗੁਰੂ ਨਾਨਕ ਦੀ ਰਬਾਬ ਨਾ ਸਾਡੇ ਕੋਲ ਰਹਿ ਗਈ, ਹੋਰ ਬੜੀਆਂ ਇਤਿਹਾਸਕ ਵਸਤੂਆਂ ਜੋ ਸਤਿਗੁਰਾਂ ਦੇ ਚਰਨ ਛੋਹ ਜਿਨ੍ਹਾਂ ਨੂੰ ਪ੍ਰਾਪਤ ਸੀ, ਸਤਿਗੁਰਾਂ ਦੇ ਸਰੀਰ ਦੀ ਸਪਰਸ਼ਤਾ ਜਿਨ੍ਹਾਂ ਨੂੰ ਪ੍ਰਾਪਤ ਸੀ, ਉਹ ਸਾਡੇ ਕੋਲ ਨਾ ਰਹਿ ਗਈਆਂ। ਤੇ ਜਿਹੜੀਆਂ ਰਹਿ ਗਈਆਂ ਨੇ ਇਹਨਾਂ ਨੂੰ ਸਾਂਭ ਲੈਣਾ ਚਾਹੀਦਾ ਹੈ। ਐਵੇਂ ਕਿਸੇ ਮੇਰੇ ਵਰਗੇ ਦੇ ਮਗਰ ਲੱਗ ਕੇ ਨਾ ਜੀ ਇਹਨਾਂ ਨੂੰ ਕੀ ਸਾਂਭਣਾ, ਬਸ ਸ਼ਬਦ ਗੁਰੂ ਨਾਲ ਜੁੜੋ। ਸ਼ਬਦ ਗੁਰੂ ਨਾਲ ਤੇ ਜੁੜਨਾ ਹੀ ਜੁੜਨਾ ਹੈ, ਪਰ ਗੁਰੂ ਦੀਆਂ ਦਿੱਤੀਆਂ ਨਿਸ਼ਾਨੀਆਂ ਵੀ ਅਸੀਂ ਸਾਂਭਣੀਆਂ ਨੇ। ਸੋ ਜ਼ਿਕਰ ਕਰ ਰਹੇ ਹਾਂ ਕਿ ਕਾਜੀ ਵੀ ਗੁਰੂ ਨਾਨਕ ਪਾਤਸ਼ਾਹ ਅੱਗੇ ਹੱਥ ਜੋੜ ਕੇ ਮੰਗਦੇ ਕੋਈ ਵਸਤੂ ਨਿਸ਼ਾਨੀ ਦੇ ਜਾ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਚਰਨ ਦੀ ਇੱਕ ਖੜਾਮ ਦਿੱਤੀ। ਤੇ ਭਾਈ ਗੁਰਦਾਸ ਜੀ ਜ਼ਿਕਰ ਕਰਦੇ 34ਵੀਂ ਇਸ ਪਾਵਨ ਪੌੜੀ 'ਚ ਹੁਣ ਕਿਰਪਾ ਕਰਦੇ ਨੇ, ਧਰੀ ਨਿਸ਼ਾਨੀ ਕੌਸ ਕੀ, ਮੱਕੇ ਅੰਦਰ ਪੂਜ ਕਰਾਈ ਕੌਸ ਦੀ। ਸੋ ਇਸ ਤਰ੍ਹਾਂ ਕੌਸ ਦੀ ਖੜਾਮ ਜਿਹੜੀ ਸੀ, ਭਾਵ ਉਹ ਖਾਸ ਕੌਸ ਦੀ ਖੜਾਮ ਜਿਹੜੀ ਉਹ ਖਾਸ, ਜਿਸ ਦੇ ਉੱਤੇ ਖੁੰਟੀ ਨਹੀਂ ਹੁੰਦੀ, ਉਹ ਜਿਹੜੀ ਖੜਾਮ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਇੱਕ ਉਹਨਾਂ ਲਈ, ਉਹਨੂੰ ਨਿਸ਼ਾਨੀ ਦੇ ਤੌਰ 'ਤੇ ਲਿਆ, ਲੈ ਕੇ ਫਿਰ ਉਹਨਾਂ ਨੇ ਆਪਣੇ ਸਭ ਤੋਂ ਵੱਡਾ ਜਿਹੜਾ ਇਸਲਾਮ ਦਾ ਅਸਥਾਨ ਸੀ ਮੱਕਾ, ਉਸ ਮੱਕੇ ਦੇ ਅੰਦਰ ਰੱਖੀ ਉਹਨਾਂ ਨੇ। ਦੇਖੋ ਜਿੱਥੇ ਸਾਰਾ ਮੁਸਲਮਾਨ ਜਾ ਕੇ ਝੁਕਦਾ ਸੀ, ਉਹ ਗੁਰੂ ਨਾਨਕ ਨੂੰ ਇੰਨਾ ਪਿਆਰ ਕਰਦੇ ਸੀ, ਉਹਨਾਂ ਨੇ ਗੁਰੂ ਨਾਨਕ ਦੀ ਖੜਾਮ ਉਸ ਮੱਕੇ ਦੇ ਵਿੱਚ ਰੱਖੀ ਜਾ ਕੇ। ਤੇ ਅਸੀਂ ਕਹਿ ਦਿੰਦੇ ਨਾ ਜੀ ਇਹ ਚੀਜ਼ਾਂ ਦਾ ਤਾਂ ਦਰਬਾਰ ਵਿੱਚ ਕਾਹਨੂੰ ਰੱਖਣਾ ਹੈ, ਤੇ ਸਿਰਫ ਬਾਹਰ ਅਜਾਇਬ ਘਰ 'ਚ ਲਾ ਦਿਓ ਜੀ, ਆਪੇ ਜਿੰਨੇ ਵੇਖਣੀਆਂ ਵੇਖੀ ਜਾਣਗੇ। ਨਹੀਂ ਗੁਰਮੁਖੋ, ਇਹ ਅਮੁੱਲਕ ਵਸਤੂਆਂ ਨੇ ਗੁਰੂ ਪਾਤਸ਼ਾਹ ਦੀਆਂ। ਸੋ ਖੈਰ ਉਹਨਾਂ ਨੇ ਪੂਜ ਕਰਾਈ ਮੱਕੇ ਦੇ ਅੰਦਰ, ਨਤਮਸਤਕ ਹੋਏ, ਆਪ ਵੀ ਨਮਸਕਾਰਾਂ ਕੀਤੀਆਂ। ਹਜ਼ਾਰਾਂ ਲੱਖਾਂ ਕਾਜੀਆਂ ਫਿਰ ਹਾਜੀਆਂ ਨੇ ਉਹਨਾਂ ਨੂੰ ਨਮਸਕਾਰ ਕੀਤੀ। ਜਿੱਥੈ ਜਾਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਵਿੱਚ ਜਿੱਥੇ ਵੀ ਜਾ ਰਹੇ ਨੇ, ਸਾਰੇ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਤਾਰਦੇ ਫਿਰ ਰਹੇ ਨੇ। ਜਿੱਥੇ ਵੀ ਜਾਂਦੇ ਕੋਈ ਥਾਂ ਜਿਹੜੀ ਗੁਰੂ ਬਾਬੇ ਤੋਂ ਬਿਨਾਂ ਖਾਲੀ ਨਹੀਂ ਹੈ। ਭਾਵ ਜਿੱਥੇ ਵੀ ਗੁਰੂ ਨਾਨਕ ਗਏ ਉੱਥੇ ਹੀ ਉਪਦੇਸ਼, ਸਿਧਾਂਤ, ਅਕਾਲ ਪੁਰਖ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਇੰਨਾ ਕੁ ਪ੍ਰਚਾਰ ਹੋ ਗਿਆ ਕਿ ਘਰ ਘਰ ਬਾਬਾ ਗਾ ਪੂਜੀਐ, ਹਿੰਦੂ ਮੁਸਲਮਾਨ ਗੁਆਈ। ਗੁਰੂ ਨਾਨਕ ਗੁਰੂ ਬਾਬੇ ਨੂੰ ਘਰ ਘਰ ਦੇ ਵਿੱਚ ਪੂਜਣ ਲੱਗੇ ਲੋਕ, ਭਾਵੇਂ ਕੋਈ ਹਿੰਦੂ ਭਾਵੇਂ ਕੋਈ ਮੁਸਲਮਾਨ। ਗੁਆਈ ਭਾਵ ਆਪਣਾ ਜੋ ਅੰਦਰ ਦਾ ਕੱਟੜਪੁਣਾ ਸੀ, ਫਿਰਕੂਪਣਾ ਸੀ, ਉਹਨੂੰ ਗਵਾ ਕੇ। ਮੁਸਲਮਾਨ ਇਹ ਨਹੀਂ ਕਹਿੰਦਾ ਪਿਆ ਕਿ ਮੈਂ ਪੱਕਾ ਮੁਸਲਮਾਨ ਹਾਂ, ਮੈਂ ਇਸ ਤਰ੍ਹਾਂ ਕਿਉਂ ਨਾ ਜਪਾਂ। ਹਿੰਦੂ ਇਹ ਨਹੀਂ ਕਹਿੰਦਾ ਕਿ ਮੈਂ ਕਿਉਂ ਜਪਾਂ, ਮੈਂ ਤਾਂ ਸਿਰਫ ਰਾਮ ਰਾਮ ਕਰਨਾ। ਮੁਸਲਮਾਨ ਇਹ ਨਹੀਂ ਕਹਿੰਦਾ ਮੈਂ ਇਕੱਲਾ ਖੁਦਾ ਖੁਦਾ ਕਰਨਾ। ਨਹੀਂ, ਫਿਰਕੂਪਣੇ ਨੂੰ ਗਵਾ ਕੇ ਤਿਆਗ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਜਪਣ ਲੱਗ ਪਏ। ਫਿਰ ਦੂਜਾ, ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਜਪਦੇ ਗਏ ਹਿੰਦੂ ਤੇ ਮੁਸਲਮਾਨ ਗਵਾਚ ਗਏ। ਜਿਵੇਂ ਆਪਾਂ ਕਹਿੰਦੇ ਮੈਂ ਆਪਣੇ ਆਪੇ ਦੇ ਵਿੱਚ ਗਵਾਚ ਗਿਆ, ਮੈਂ ਫਲਾਣੇ ਦੇ ਬੋਲਾਂ ਵਿੱਚ ਗਵਾਚ ਗਿਆ, ਮੈਂ ਕੀਰਤਨ ਵਿੱਚ ਗਵਾਚ ਗਿਆ, ਮੈਂ ਕਥਾ ਦੇ ਵਿੱਚ ਗੁੰਮ ਹੋ ਗਿਆ, ਜਿੱਥੇ ਸੁੱਧ ਬੁੱਧ ਨਾ ਰਹਿਣੀ। ਹਿੰਦੂ ਤੇ ਮੁਸਲਮਾਨ ਗੁਰੂ ਨਾਨਕ ਪਾਤਸ਼ਾਹ ਨੂੰ ਘਰ ਘਰ ਦੇ ਵਿੱਚ ਪੂਜਣ ਲੱਗੇ, ਤੇ ਜਦੋਂ ਗੁਰੂ ਗੁਰੂ ਜਪਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਤਾਂ ਗੁਰੂ ਨਾਨਕ ਮਹਾਰਾਜ ਦੇ ਅੰਦਰ ਗਵਾਚ ਗਏ, ਅਭੇਦ ਹੋ ਗਏ ਗੁਰੂ ਕੇ ਸਰੂਪ ਦੇ ਅੰਦਰ। ਛਪੇ ਨਹਿ ਛਪਾਇਆ
ਚੜਿਆ ਸੂਰਜ ਜਗ ਰੁਸ਼ਨਾਈ। ਜਿਸ ਤਰ੍ਹਾਂ ਸੂਰਜ ਚੜ੍ਹਦਾ ਹੈ ਤੇ ਉਹਨੂੰ ਫਿਰ ਕੋਈ ਛੁਪਾਉਣ ਦੀ ਕੋਸ਼ਿਸ਼ ਕਰੇ, ਛੁਪਦਾ ਨਹੀਂ। ਆਪਾਂ ਚਾਦਰਾਂ ਤਾਣ ਕੇ ਕੀ ਉਹਨੂੰ ਛੁਪਾ ਲਾਂਗੇ? ਬੱਦਲ ਕਿੰਨਾ ਵੱਡਾ ਹੈ, ਪਹਾੜ ਕਿੰਨੇ ਵੱਡੇ ਨੇ। ਪਹਾੜ, ਇਹ ਇੰਨਾ ਵੱਡਾ ਆਸਮਾਨ 'ਚ ਉੱਡਦਾ ਬੱਦਲ ਵੀ ਉਸ ਸੂਰਜ ਨੂੰ ਛੁਪਾ ਨਹੀਂ ਸਕਦਾ। ਤੇ ਜਦੋਂ ਚੜ੍ਹਦਾ ਜਗ ਰੋਸ਼ਨਾਈ, ਸਾਰੇ ਜਗਤ ਨੂੰ ਰੋਸ਼ਨ ਕਰ ਦਿੰਦਾ ਹੈ ਸੂਰਜ। ਹਰ ਥਾਂ ਦੇ ਉੱਤੇ ਬਿਨਾਂ ਕਿਸੇ ਵਿਤਕਰੇ, ਬਿਨਾਂ ਕਿਸੇ ਭੇਦਭਾਵ ਦੇ ਸੂਰਜ ਜਿਹੜਾ ਹੈ ਉਹ ਜਗਤ ਨੂੰ ਚਾਨਣ ਦਿੰਦਾ ਹੈ। ਸੋ ਮਨੁੱਖ ਦਾ ਜੀਵਨ ਵੀ ਜਿਹੜਾ ਹੈ, ਖਾਸ ਕਰਕੇ ਸਿੱਖ ਦਾ ਜੀਵਨ, ਸੂਰਜ ਦੀ ਨਿਆਈ ਹੋਵੇ। ਉਹ ਕਦੀ ਨਹੀਂ ਕਹਿੰਦਾ ਮੈਂ ਗਰੀਬ ਦੇ ਘਰੇ ਧੁੱਪ ਨਹੀਂ ਦੇਣੀ, ਮੈਂ ਅਮੀਰ ਦੇ ਘਰੇ ਧੁੱਪ ਦੇਣੀ, ਜਾਂ ਕਦੀ ਉਲਾਮਾ ਦਿੰਦਾ ਹੋਵੇ ਕਿ ਗਰੀਬ ਧੁੱਪ ਕਿਉਂ ਸੇਕਦਾ ਬਾਹਰ ਬਹਿ ਕੇ, ਮੈਂ ਤੇ ਸਿਰਫ ਅਮੀਰਾਂ ਦੇ ਤਣ ਨੂੰ ਨਿੱਘ ਦੇਵਾਂਗਾ ਸਿਆਲਾਂ ਵਿੱਚ। ਉਹ ਕਦੀ ਕਿਸੇ ਨੂੰ ਉਲਾਮਾ ਨਹੀਂ ਦਿੰਦਾ, ਕਦੀ ਕਿਸੇ ਦੇ ਨਾਲ ਇਸ ਤਰ੍ਹਾਂ ਦੀ ਬਹਿਸ ਨਹੀਂ ਕਰਦਾ। ਉਹ ਸਰਵੱਤਰ ਹੋ ਕਰਕੇ, ਸਾਰਿਆਂ ਦਾ ਸਾਂਝਾ ਹੋ ਕਰਕੇ ਵਿਚਰਦਾ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਵੀ ਸੂਰਜ ਦੀ ਤਰ੍ਹਾਂ ਚੜ੍ਹੇ ਨੇ। ਜਦੋਂ ਚੜ੍ਹੇ ਨੇ ਤਾਂ ਸਾਰਾ ਸੰਸਾਰ ਜਿਹੜਾ ਗਿਆਨ ਦੇ ਨਾਲ, ਸ਼ਬਦ ਨਾਲ ਰੋਸ਼ਨ ਕਰ ਦਿੱਤਾ। ਬੁਕਿਆ ਸਿੰਘ ਉਜਾੜ ਵਿੱਚ, ਸਭ ਮਿਰਗਾਵਲ ਭੰਨੀ ਜਾਈ। ਸਿੰਘ ਉਜਾੜ ਦੇ ਵਿੱਚ ਜਾ ਕੇ, ਸੰਸਾਰ ਰੂਪੀ ਉਜਾੜ, ਫਿਰ ਉਜਾੜ ਹੁੰਦਾ ਜਿੱਥੇ ਕੋਈ ਵਸਦਾ ਨਾ ਹੋਵੇ, ਭਾਵ ਰੁੱਖ ਹੀ ਖੜੇ ਨੇ, ਹੋਰ ਕੁਛ ਨਹੀਂ ਹੈ, ਮਨੁੱਖਾਂ ਦੀ ਹੋਂਦ ਖਤਮ ਹੈ। ਬਸ ਉਹ ਉਜਾੜ ਪੈ ਗਿਆ ਸੀ, ਕੇਵਲ ਮਨੁੱਖ ਜੜ ਹੋ ਕਰਕੇ ਖੜੇ ਹੋਏ ਸੀ, ਅੰਦਰੋਂ ਜ਼ਮੀਰਾਂ ਮਰ ਚੁੱਕੀਆਂ ਸਨ। ਸੋ ਐਸੇ ਉਜਾੜਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜਦੋਂ ਬੁੱਕੇ ਨੇ, ਸਿੰਘ ਸ਼ੇਰ ਦੀ ਤਰ੍ਹਾਂ, ਜਿਵੇਂ ਸ਼ੇਰ ਗਰਜਦਾ ਤਾਂ ਸਭ ਮਿਰਗਾਵਲ ਭੰਨੀ ਜਾਈ। ਹਿਰਨਾਂ ਦੀਆਂ ਡਾਰਾਂ ਜਿਹੜੀਆਂ ਨੇ ਉਹ ਸਾਰੀਆਂ ਭੱਜ ਜਾਂਦੀਆਂ ਨੇ, ਖਿੰਡ ਜਾਂਦੀਆਂ ਨੇ, ਛਿੰਨ ਮਾਤਰ ਵੀ ਸ਼ੇਰ ਦੇ ਅੱਗੇ ਟਿਕਦੀਆਂ ਨਹੀਂ ਹਨ। ਸੋ ਗੁਰੂ ਨਾਨਕ ਪਾਤਸ਼ਾਹ ਜਦੋਂ ਗਰਜੇ ਨੇ ਤਾਂ ਦੰਭੀ ਪਾਖੰਡੀ ਜਿਹੜੀਆਂ ਹਿਰਨਾਂ ਦੀਆਂ ਡਾਰਾਂ ਸਨ, ਜੋ ਜਿਵੇਂ ਹਿਰਨ ਝੁੰਡ ਬਣਾ ਕੇ ਚੱਲਦੇ ਨੇ ਹਮੇਸ਼ਾ, ਉਹ ਧਰਮਾਂ ਦੇ ਠੇਕੇਦਾਰ ਜਿਹੜੇ ਤੀਰਥਾਂ ਤੇ ਵੱਡੇ ਵੱਡੇ ਝੁੰਡ ਬਣਾ ਕੇ ਠੱਗ ਦਲਾਲੀਆਂ ਕਰਨ ਵਾਸਤੇ ਬੈਠੇ ਸਨ, ਗੁਰੂ ਨਾਨਕ ਪਾਤਸ਼ਾਹ ਜਦੋਂ ਗਰਜੇ ਤਾਂ ਸਭ ਮਿਰਗਾਵਲ ਭੰਨੀ ਜਾਈ। ਉਹ ਮਿਰਗਾਵਲੀ ਜਿਵੇਂ ਹਿਰਨਾਂ ਦੀਆਂ ਡਾਰਾਂ, ਫਿਰ ਪਤਾ ਨਹੀਂ ਲੱਗਦਾ ਕੌਣ ਕਿੱਧਰ ਨੂੰ ਭੱਜ ਉੱਠਿਆ, ਕੌਣ ਕਿੱਧਰ ਨੂੰ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਗਰਜੇ ਤਾਂ ਸਾਰੇ ਸ਼ੇਰਾਂ ਦੀਆਂ ਡਾਰਾਂ ਜਿਹੜੀਆਂ ਉਹ ਭੱਜ ਉੱਠੀਆਂ ਹਨ। ਚੜਿਆ ਚੰਦ ਨਾ ਲੁਕਈ, ਕੱਢ ਕੋ ਨਾਲੀ ਜੋਤ ਛਪਾਈ। ਜਿਸ ਤਰ੍ਹਾਂ ਆਸਮਾਨ ਵਿੱਚ ਚੰਦ ਚੜ੍ਹਿਆ ਹੋਵੇ ਤੇ ਉਹ ਲੁਕਦਾ ਨਹੀਂ, ਕੋਈ ਸਣਕ, ਭਾਵ ਕਿ ਕੋਨਾਲੀ ਸਣਕ ਲੈ ਕੇ ਜੇ ਕਵੇ ਮੈਂ ਚੰਦਰਮਾ ਨੂੰ ਲੁਕੋ ਲੈਣਾ, ਜਾਂ ਇੰਝ ਚਲੋ ਦਲੀਲੀ ਤੌਰ 'ਤੇ ਕਹਿ ਦੇਵਾਂ, ਕੋਈ ਕਵੇ ਮੈਂ ਕਿਸੇ ਭਾਂਡੇ ਹੇਠਾਂ, ਮੈਂ ਘੜੇ ਹੇਠਾਂ ਚੰਦਰਮਾ ਜਿਹੜਾ ਉਹ ਲੁਕੋ ਦੇਣਾ, ਸ਼ਾਇਦ ਇੰਝ ਨਹੀਂ ਹੋ ਸਕਦਾ। ਏਡੇ ਏਡੇ ਵੱਡੇ ਬੱਦਲ ਨਹੀਂ ਚੰਦ ਨੂੰ ਲੁਕੋ ਸਕਦੇ, ਕਿੰਨੇ ਵੱਡੇ ਪਹਾੜ ਨਹੀਂ ਚੰਦ ਨੂੰ ਲੁਕੋ ਸਕੇ, ਏਡੀਆਂ ਬਿਲਡਿੰਗਾਂ ਨਹੀਂ ਚੰਦ ਨੂੰ ਲੁਕੋ ਸਕੀਆਂ। ਸੋ ਇਸ ਤਰ੍ਹਾਂ ਚੜ੍ਹਿਆ ਚੰਦ ਨਾ ਲੁਕਈ, ਕੱਢ ਕੁਨਾਲੀ ਜੋਤ ਛਪਾਈ। ਜੇ ਕੋਈ ਕਹੇ ਕਿ ਮੈਂ ਇਸ ਤਰ੍ਹਾਂ ਲੁਕਾ ਲਵਾਂਗਾ ਤਾਂ ਚੜ੍ਹਿਆ ਹੋਇਆ ਚੰਦਰਮਾ ਜਿਹੜਾ ਹੈ ਉਹ ਨਹੀਂ ਲੁਕਦਾ। ਭਾਵ ਜੇ ਕੋਈ ਜੋਤ ਨੂੰ ਛੁਪਾਉਣਾ ਚਾਹੇ ਗੁਰੂ ਨਾਨਕ ਪਾਤਸ਼ਾਹ ਦੇ ਨੂੰ, ਉਸ ਪ੍ਰਮਾਤਮਾ ਦੀ ਦਿੱਤੀਆਂ ਬਖਸ਼ਿਸ਼ਾਂ ਨੂੰ ਛੁਪਾਉਣਾ ਚਾਹੇ ਗੁਰੂ ਨਾਨਕ ਪਾਤਸ਼ਾਹ ਅੰਦਰ, ਤਾਂ ਨਹੀਂ ਛੁਪਣਗੀਆਂ। ਜਿਸ ਤਰ੍ਹਾਂ ਚੜ੍ਹਿਆ ਚੰਦ ਜਿਹੜਾ ਉਹ ਲੁਕਦਾ ਨਹੀਂ। ਉਗਵਣ ਤੇ ਅੱਥਵਣੁ, ਨੌਖੰਡ ਪ੍ਰਿਥਵੀ ਸਭਾ ਝੁਕਾਈ। ਉਗਵਣ ਭਾਵ ਸੂਰਜ ਜਿਹੜੇ ਪਾਸਿਓਂ ਉਗਦਾ ਹੈ, ਤੇ ਅੱਥਵਣ, ਅੱਥਵਣੋਂ ਭਾਵ ਜਿਹੜੇ ਪਾਸੇ ਜਾ ਕੇ ਡੁੱਬਦਾ ਹੈ। ਤਾਂ ਹੀ ਸ਼ਾਮ ਦੇ ਸਮੇਂ ਨੂੰ ਕਈ ਇਲਾਕਿਆਂ ਵਿੱਚ ਕਿਹਾ ਜਾਂਦਾ ਆਥਣ ਵੇਲਾ ਹੋ ਗਿਆ। ਮਾਲਵੇ ਵਿੱਚ ਆਮ ਅਸੀਂ ਕਹਿੰਦੇ ਆਥਣ ਵੇਲਾ ਹੋ ਗਿਆ ਜੀ, ਆਥਣ ਵੇਲੇ ਦੀ ਰੋਟੀ, ਆਥਣ ਵੇਲੇ ਦੀ ਚਾਹ। ਸੋ ਅੱਥਵਣੋਂ ਜਿੱਧਰ ਜਾ ਕਰ ਕੇ ਛਿਪਦਾ ਹੈ। ਤਾਂ ਚੜ੍ਹਨ ਤੋਂ ਲੈ ਕਰਕੇ ਛਿਪਣ ਵਾਲੇ ਪਾਸੇ ਤੱਕ ਫਿਰ 9 ਖੰਡਾਂ ਵਿੱਚ ਅਤੇ ਪ੍ਰਿਥਵੀ ਦੀ ਸਾਰੀ ਇਸ ਲੁਕਾਈ ਦੇ ਅੰਦਰ ਸਭਾ ਲੁਕਾਈ। ਆਹ ਜਿਹੜੀ ਪ੍ਰਿਥਵੀ 'ਤੇ ਅਸੀਂ ਰਹਿੰਦੇ, ਬਾਕੀ ਤੇ ਹਾਲੇ ਸਾਡੇ ਅੱਖਾਂ ਦੇ ਸਾਹਮਣੇ ਆਈਆਂ ਹੀ ਨਹੀਂ, ਸਾਡੀ ਪਕੜ ਵਿੱਚ ਹੀ ਨਹੀਂ ਆਈਆਂ ਹਨ। ਸੋ ਇਸ ਤਰ੍ਹਾਂ ਉਹ ਕਰਤਾ ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਸਾਰੀ ਪ੍ਰਿਥਵੀ ਦੇ ਅੰਦਰ, ਕਣ ਕਣ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਲੁਕੇ ਨੇ। ਤੇ 9 ਖੰਡ ਪ੍ਰਿਥਵੀ ਸਭਾ ਝੁਕਾਈ। ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਪ੍ਰਿਥਵੀ, ਵੱਡੀਆਂ ਵੱਡੀਆਂ ਸਭਾ ਜਿਹੜੀਆਂ ਉਹ ਝੁਕਾ ਦਿੱਤੀਆਂ ਨੇ। ਇਹ ਮਨਸ਼ਾ ਨਹੀਂ ਕਿ ਅਸੀਂ ਆਪਣੇ ਚਰਨਾਂ 'ਤੇ ਝੁਕਾਉਣੀ ਹੈ, ਪਰ ਇਹ ਹੈ ਸ਼ਬਦ ਜਿੱਤੀ ਸਿੱਧ ਮੰਡਲੀ।
ਸ਼ਬਦਾਂ ਦੇ ਦੁਆਰਾ ਸਿੱਧ ਮੰਡਲੀ ਨੂੰ ਜਿੱਤਿਆ ਤੇ ਸਾਰੀ ਪ੍ਰਿਥਵੀ ਸੂਰਜ ਪਰਯੰਤ ਅੰਤ ਪਰਯੰਤ ਤੱਕ ਲੈ ਕੇ ਹਰ ਕੋਈ ਗੁਰੂ ਨਾਨਕ ਅੱਗੇ ਝੁਕ ਗਿਆ। ਜਗ ਅੰਦਰ ਕੁਦਰਤ ਵਰਤਾਈ, ਜਗਤ ਦੇ ਅੰਦਰ ਕੁਦਰਤ ਵਰਤਾਈ, ਭਾਵ ਕਿ ਐਸੀ ਕੁਦਰਤ, ਐਸੀ ਮਾਇਆ, ਐਸੀ ਅਜਿਹੀ ਸ਼ਕਤੀ ਜਿਹੜੀ ਧੰਨ ਸਤਿਗੁਰੂ ਗੁਰੂ ਨਾਨਕ ਗੁਰੂ ਬਾਬਾ ਜੀ ਨੇ ਵਰਤਾ ਦਿੱਤੀ ਹੈ। ਸੋ ਇਸ ਪੌੜੀ ਦੇ ਭਾਵ ਅਰਥ ਇਹੀ ਨੇ ਕਿ ਧੰਨ ਸਤਿਗੁਰੂ ਗੁਰੂ ਨਾਨਕ ਮਹਾਰਾਜ ਮੱਕੇ ਗਏ ਨੇ। ਮੱਕੇ ਦੇ ਹਾਜੀਆਂ ਦੇ ਨਾਲ ਵਿਚਾਰ ਗੋਸ਼ਟ ਹੁੰਦੀ ਹੈ ਤੇ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਜਿੱਤ ਲਿਆ, ਜਿੱਤਣ ਉਪਰੰਤ ਫਿਰ ਉਹ ਬੜੀ ਭਾਵਨਾ ਨਾਲ ਕਹਿੰਦੇ ਬਾਬਾ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਸਭ ਕਹਿੰਦੇ ਸ਼ੁਭ ਅਮਲਾ ਬਾਜੋਂ ਦੋਨੋਂ ਰੋਈ। ਪਿਆਰ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਕੋਈ ਨਿਸ਼ਾਨੀ ਦੇ ਜਾ। ਫਿਰ ਧਰੀ ਨਿਸ਼ਾਨੀ ਕੌਸ ਦੀ, ਮੱਕੇ ਅੰਦਰ ਪੂਜ ਕਰਾਈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਇਹ ਨਿਸ਼ਾਨੀ ਉਹਨਾਂ ਨੂੰ ਦਿੱਤੀ ਤੇ ਉਹਨਾਂ ਨੇ ਵੀ ਇੰਨੀ ਸ਼ਰਧਾ ਜ਼ਾਹਰ ਕੀਤੀ, ਇੰਨਾ ਪ੍ਰੇਮ ਭੇਟਾ ਕੀਤਾ ਕਿ ਗੁਰੂ ਨਾਨਕ ਦੀ ਇਸ ਪਾਵਨ ਨਿਸ਼ਾਨੀ ਨੂੰ ਆਪਣੇ ਸਭ ਤੋਂ ਵੱਡੇ ਉਸ ਧਰਮ ਸਥਾਨ ਮੱਕੇ ਦੇ ਵਿੱਚ ਰੱਖ ਕਰਕੇ ਇਸ ਪਾਵਨ ਨਿਸ਼ਾਨੀ ਗੁਰੂ ਨਾਨਕ ਦੀ ਇਸ ਪਾਵਨ ਖੜਾਵ ਦੀ ਉਹਨਾਂ ਨੇ ਪੂਜਾ ਕੀਤੀ ਹੈ। ਸੋ ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਦਾਸੀਆਂ ਤੇ ਵਿਚਰਦਿਆਂ ਹਿੰਦੂ ਤੀਰਥਾਂ ਦਾ ਵੀ ਰਟਨ ਕੀਤਾ। ਇਸਲਾਮ ਦੇ ਇਹਨਾਂ ਮਹਾਨ ਵੱਡੇ ਤੀਰਥਾਂ ਦਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਰਟਨ ਕੀਤਾ ਹੈ। ਸੋ ਇਸ ਤਰ੍ਹਾਂ ਅਗਾਂਹ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਬਗਦਾਦ ਦੇ ਪੀਰਾਂ ਨੂੰ ਜਾ ਕੇ ਮਿਲਦੇ ਨੇ, ਉਹਨਾਂ ਨੂੰ ਵੀ ਜ਼ਾਹਰੀ ਕਲਾ ਜਿਹੜੀ ਗੁਰੂ ਨਾਨਕ ਪਾਤਸ਼ਾਹ ਦਿਖਾਉਂਦੇ ਨੇ। ਸੋ ਇੰਜ ਸਾਰੇ ਸੰਸਾਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਿਗਵਿਜੈ ਕਰ ਰਹੇ ਨੇ। ਸੋ ਕਾਰਨ ਇਹ ਨਹੀਂ ਕਿ ਅਸੀਂ ਜਿੱਤਣਾ ਹੈ, ਜਿੱਤ ਹਾਰ ਦੀ ਮਨਸ਼ਾ ਨਹੀਂ ਗੁਰੂ ਨਾਨਕ ਦੇ ਅੰਦਰ, ਬਸ ਇੰਨਾ ਹੈ ਸੰਸਾਰ ਦੇ ਉੱਤੋਂ ਪਾਖੰਡ, ਆਡੰਬਰ, ਇਹ ਸਾਰਾ ਕੁਝ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਖਤਮ ਕਰਨਾ। ਤੇ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਰੀ ਪ੍ਰਿਥਵੀ ਜੋ ਜਲਦੀ ਸੜਦੀ ਬਲਦੀ ਦਿਸਦੀ ਸੀ, ਗੁਰੂ ਨਾਨਕ ਗੁਰੂ ਬਾਬਾ ਜੀ ਨੇ ਸਾਰੀ ਪ੍ਰਿਥਵੀ ਦੇ ਉਧਾਰ ਹਿੱਤ ਚੱਲਣਾ ਕੀਤਾ ਹੈ। ਤੇ ਇਸੇ ਭਲੇ ਕੰਮ ਨੂੰ, ਇਸੇ ਕਾਰਜ ਨੂੰ ਲੈ ਕੇ ਪਾਪੀਆਂ ਦਾ ਉਧਾਰ ਕਰਨਾ, ਪਾਖੰਡੀਆਂ ਨੂੰ ਪਾਖੰਡ ਤੋਂ ਕੱਢਣਾ, ਸੋ ਇਸ ਕਾਰਜ ਨੂੰ ਲੈ ਕੇ ਗੁਰੂ ਨਾਨਕ ਪਾਤਸ਼ਾਹ ਚੱਲੇ ਨੇ। ਸੋ 34 ਪੌੜੀਆਂ ਗੁਰੂ ਕਿਰਪਾ ਨਾਲ ਸੰਪੂਰਨ ਹੋਈਆਂ ਨੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਅਗਲੀਆਂ ਪੌੜੀਆਂ ਦੇ ਵਿਚਾਰ ਅਗਲੇ ਦੀਵਾਨ ਵਿੱਚ ਆਪਾਂ ਸਾਂਝ ਕਰਾਂਗੇ। ਉਗਵਣੋ ਤੈ ਆਥਵਣੋ, ਨੌਖੰਡ ਪ੍ਰਿਥਵੀ ਸਭਾ ਝੁਕਾਈ। ਜਗ ਅੰਦਰ ਕੁਦਰਤ ਵਰਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।